ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਉਹ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮ ਪਰਮ ਪੁਰਾਵਰ ਨਾਥ, ਜੁਗਲ ਚਰਨ ਮਮ ਬੰਦਨਾ, ਧਰ ਕਰ ਧਰ ਪਰ ਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਾਰਨ ਤੇ ਬੜਿਆਗੀ, ਪਾਵਹਿ ਗਤ ਵਿਸ਼ਰਾਮ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਮਹੱਲਾ ਤੀਜਾ, ਘਰ ਤੀਜਾ। ਭਗਤ ਜਨਾ ਕੀ ਹਰਿ ਜੀਉ ਰਾਖੈ, ਜੁਗ ਜੁਗ ਰਖਦਾ ਆਇਆ ਰਾਮ। ਭਗਤ ਜਨਾ ਕੀ ਹਰਿ ਜੀਉ ਰਾਖੈ, ਜੁਗ ਜੁਗ ਰਖਦਾ ਆਇਆ ਰਾਮ। ਸੋ ਭਗਤ ਜੋ ਗੁਰਮੁਖ ਹੋਵੈ, ਹਉਮੈ ਸ਼ਬਦ ਜਲਾਇਆ ਰਾਮ। ਹਉਮੈ ਸ਼ਬਦ ਜਲਾਇਆ, ਮੇਰੇ ਹਰਿ ਭਾਇਆ। ਜਿਸ ਦੀ ਸਾਚੀ ਬਾਣੀ, ਸੱਚੀ ਭਗਤ ਕਰੈ ਦਿਨ ਰਾਤੀ। ਗੁਰਮੁਖ ਆਖ ਵਖਾਣੀ, ਭਗਤਾਂ ਕੀ ਚਾਲ ਸੱਚੀ ਆਤ ਨਿਰਮਲ। ਨਾਮ ਸੱਚਾ ਮਨ ਪਾਇਆ, ਨਾਨਕ ਭਗਤ ਸੋ ਹੈ ਦਰ ਸਾਚੈ। ਜਿਨੀ ਸੱਚੋ ਸੱਚ ਕਮਾਇਆ, ਹਰ ਭਗਤਾਂ ਕੀ ਜਾਤ ਪਤ ਹੈ। ਭਗਤ ਹਰ ਕੈ ਨਾਮ ਸਮਾਣੇ ਰਾਮ। ਹਰ ਭਗਤ ਕਰਹਿ ਵਿਚੋਂ ਆਪ ਗਵਾਵਹਿ। ਜਿਨ ਗੁਣ ਅਵਗਣ ਪਛਾਣੇ ਰਾਮ। ਗੁਣ ਅਵਗਣ ਪਛਾਣੈ, ਹਰ ਨਾਮ ਵਖਾਣੈ। ਪੈ ਭਗਤ ਮੀਠੀ ਲਾਗੀ, ਅਨ ਦਿਨ ਭਗਤ ਕਰਹਿ ਦਿਨ ਰਾਤੀ। ਘਰ ਹੀ ਮਹਿ ਬੈਰਾਗੀ, ਭਗਤੀ ਰਾਤੇ ਸਦਾ ਮਨ ਨਿਰਮਲ। ਹਰ ਜੀਉ ਵੇਖੈ ਸਦਾ ਨਾਲੇ, ਨਾਨਕ ਸੇ ਭਗਤ ਹਰ ਕੈ ਦਰ ਸਾਚੇ। ਅਨ ਦਿਨ ਨਾਮ ਸੰਭਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਸਾਜ ਬੈਠੇ ਗੁਰੂ ਰੂਪ ਸਾਧ ਸੰਗਤ ਜੀਓ, ਆਪ ਬੜਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਲੈਣ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਸ਼ਰਧਾ ਨੂੰ ਨਮਸਕਾਰ ਕਰਕੇ ਔਰ ਜੋ ਚੱਲ ਰਹੀ ਮਰਜ਼ਾਦਾ ਹੈ ਉਹਦੇ ਮੁਤਾਬਕ ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹਰ ਜਸ ਅਤੇ ਲੜੀਵਾਰ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਸ਼ਰਵਣ ਕਰਨ ਵਾਸਤੇ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਦੀ ਜੋ ਅੰਮ੍ਰਿਤ ਰੂਪ ਬਾਣੀ ਹੈ, ਜੀਵਾਂ ਦੀ ਕਲਿਆਣ ਵਾਸਤੇ ਗੁਰੂ ਮਹਾਰਾਜ ਜੀ ਨੇ ਇਹ ਪਵਿੱਤਰ ਜੋ ਉਪਦੇਸ਼ ਬਖਸ਼ਿਸ਼ ਕੀਤੇ ਹਨ। ਸੁਨਤ ਕਮਾਵਤ ਹੋਤ ਨਿਹਾਲ, ਸ਼ਬਦ ਨੂੰ ਸੁਣਨਾ, ਉਹਦੀ ਵਿਚਾਰਧਾਰਾ ਪ੍ਰਾਪਤ ਕਰਨੀ, ਉਤੇ ਅਮਲ ਕਰਕੇ ਨਿਹਾਲ ਦੁੱਖਾਂ ਤੋਂ ਰਹਿਤ ਹੋਣਾ। ਇਹ ਗੁਰਬਾਣੀ ਦਾ ਅੰਮ੍ਰਿਤ ਰੂਪੀ ਫਲ ਹੈ। ਸੋ ਸਾਰੀਆਂ ਸੰਗਤਾਂ ਭਾਈ ਮਨ ਬਿਰਤੀ ਦੀ ਇਕਾਗਰਤਾ ਲਈ, ਰਸਨਾ ਦੀ ਪਵਿੱਤਰਤਾ ਵਾਸਤੇ ਵੱਜ ਵੱਜ ਕੇ ਬੋਲੋ ਸਤਿਨਾਮ। ਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪਰਮੇਸ਼ਰ ਜੀ ਇੱਕ ਅਦਵੈਤ ਸਰੂਪ ਹਨ। ਉਹਨਾਂ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੁੰਦੀ ਹੈ। ਰਾਗ ਸੂਹੀ ਮਹੱਲਾ ਤੀਜਾ। ਰਾਗ ਸੂਹੀ ਹੈ। ਤੀਸਰੇ ਸਤਿਗੁਰੂ ਜੀ ਆਪਣੇ ਮੁਖਾਰਬਿੰਦ ਤੋਂ ਕਿਰਪਾ ਕਰਦੇ ਹਨ। ਘਰ ਤੀਜਾ। ਅਤੇ ਤੀਸਰੇ ਘਰ ਤਿੰਨ ਤਾਲ ਵਿੱਚ ਇਹ ਸ਼ਬਦ ਉਚਾਰਨ ਹੋਇਆ ਹੈ। ਭਗਤ ਜਨਾ ਕੀ ਹਰ ਜਿਉ ਰਾਖੈ। ਭਗਤ ਜਨਾਂ ਕੀ, ਕੋਈ ਦੁਸ਼ਟ ਜਨ ਵੀ ਹਨ। ਸ੍ਰਿਸ਼ਟੀ ਅਨੇਕ ਪ੍ਰਕਾਰ ਦੀ ਹੈ। ਭਗਤ ਜਨ ਜਿਹੜੇ ਹੈ, ਜਿਨ੍ਹਾਂ ਦੇ ਅੰਦਰ ਉਹਦੀ ਭਗਤੀ ਹੈ, ਸ਼ਰਧਾ ਹੈ, ਵਿਸ਼ਵਾਸ ਹੈ, ਪਿਆਰ ਹੈ, ਉਹਨਾਂ ਭਗਤ ਜਨਾਂ ਦੇ ਉੱਤੇ ਮਨੁੱਖਾਂ ਵੱਲੋਂ ਕਈ ਤਰ੍ਹਾਂ ਦੇ ਵਾਰ ਕੀਤੇ ਜਾਂਦੇ ਹਨ। ਜਦੋਂ ਉਹਨਾਂ ਦੇ ਭਗਤ ਮਾਲਾ ਵਿੱਚੋਂ ਪ੍ਰਸੰਗ ਪੜ੍ਹੀਏ, ਭਾਵੇਂ ਉਹ ਕਿਸੇ ਦਾ ਕੁਝ ਵਿਗਾੜਦੇ ਨਹੀਂ, ਪਰ ਜਿਹੜੇ ਮਨਮੁਖ ਲੋਕ ਆ, ਉਹਨਾਂ ਨੂੰ ਉਹਨਾਂ ਦੀ ਕਿਰਿਆ ਜਿਹੜੀ ਉਹ ਬੜੀ ਵਿਪਰੀਤ ਲੱਗਦੀ ਹੈ। ਉਹਨਾਂ ਦੀ ਤਾਂ ਚਾਲ ਸਿੱਧੀ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖ ਮਾਰਗ ਚੱਲਣਾ। ਲੱਭ ਲੋ ਅਹੰਕਾਰ ਦਾ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ। ਉਹ ਤਾਂ ਇਸ ਮਾਰਗ ਤੇ ਚੱਲਦੇ ਆ ਤੇ ਸੰਸਾਰੀ ਲੋਕਾਂ ਦਾ ਹੁੰਦਾ, ਉਹ ਜਿਹੜੇ ਪਾਸੇ ਚੱਲਦੇ ਉਹਨੂੰ ਵੀ ਚੰਗਾ ਸਮਝਦੇ। ਇਸ ਵਾਸਤੇ ਫਿਰ ਉਹ ਵੈਰ ਵਿਰੋਧ ਕਰਦੇ ਆ। ਪਰ ਪਰਮੇਸ਼ਰ ਉਹਨਾਂ ਦਾ ਸਹਾਇਕ ਹੁੰਦਾ ਹੈ। ਭਗਤ ਜਨਾਂ ਕੀ ਹਰ ਜੀਓ। ਭਗਤ ਜਨ ਜਿਹੜੇ ਆ ਉਹਨਾਂ ਦਾ ਹਰੀ ਜੀਓ ਨਿਰੰਕਾਰ ਪਰਮੇਸ਼ਰ ਹਮੇਸ਼ਾ ਹੀ ਲਾਜ ਰੱਖਦਾ ਹੈ। ਜੁਗ ਜੁਗ ਰੱਖਦਾ ਆਇਆ RAM। ਜੁਗਾਂ ਜੁਗਾਂ 'ਚ ਹੀ ਸਤਿਯੁਗ ਦੇ ਪ੍ਰਸੰਗ ਪੜ੍ਹ ਲਓ, ਤ੍ਰੇਤੇ ਦੇ ਪੜ੍ਹ ਲਓ, ਦੁਆਪਰ ਯੁਗ ਦੇ ਪ੍ਰਸੰਗ ਪੜ੍ਹ ਲਓ।
ਕਲਯੁਗ ਦੇ ਵੀ ਪ੍ਰਸੰਗ ਕਾਫੀ ਹੈ। ਯੁਗਾਂ ਯੁਗਾਂ ਵਿੱਚ ਉਹਨਾਂ ਸੰਤ ਜਨਾਂ, ਭਗਤ ਜਨਾਂ, ਗੁਰਮੁਖ ਜਨਾਂ ਦੀ ਉਹ ਨਿਰੰਕਾਰ ਪਰਮੇਸ਼ਰ ਲਾਜ ਰੱਖਦਾ ਆਇਆ ਹੈ। ਕਿਉਂਕਿ ਜਦੋਂ ਉਹਦੇ ਬਣ ਗਏ ਅਤੇ ਫਿਰ ਉਹਨੂੰ ਉਹਨਾਂ ਦੀ ਜ਼ਿੰਮੇਵਾਰੀ ਲੈਣੀ ਪੈਂਦੀ ਹੈ। ਯੁਗ ਯੁਗ ਯੁਗਾਂ ਯੁਗਾਂ ਦੇ ਵਿੱਚ ਉਹਨਾਂ ਗੁਰਮੁਖਾਂ ਦੀ ਇੱਜ਼ਤ ਨੂੰ ਰੱਖਦਾ ਆਇਆ ਹੈ। ਸੋ ਭਗਤ ਜੋ ਗੁਰਮੁਖ ਹੋਵੈ। ਭਗਤ ਕੌਣ ਹੈ? ਸੋ ਭਗਤ ਉਹ ਭਗਤ ਹੈ ਜਿਹੜਾ ਗੁਰੂ ਦੇ ਮੁਖ ਸਨਮੁਖ ਹੋ ਜਾਏ, ਹਰ ਵੇਲੇ ਗੁਰੂ ਦੀ ਆਗਿਆ ਦਾ ਪਾਲਣ ਕਰਦਾ ਹੈ, ਸਤ ਵਚਨ ਕਮਾਈ ਕਰਦਾ ਹੈ, ਉਹਨੂੰ ਭਗਤ ਕਿਹਾ ਜਾਂਦਾ ਹੈ। ਹਉ ਮੈਂ ਸ਼ਬਦ ਜਲਾਇਆ RAM। ਉਹ ਗੁਰੂ ਦਾ ਜਿਹੜਾ ਸ਼ਬਦ ਉਪਦੇਸ਼ ਜਾਂ ਸ਼ਬਦ ਨਾਮ ਮੰਤਰ ਹੈ, ਉਹਦੀ ਕਮਾਈ ਕਰਕੇ ਉਹ ਰਮਿਆ ਹੋਇਆ ਜੋ ਪਰਮੇਸ਼ਰ ਉਹਦਾ ਨਾਮ ਜਪ ਕੇ ਇਹ ਹਉਮੈ ਦਾ ਜਿਹੜਾ ਰੋਗ ਇਹਨੂੰ ਜਲਾਇਆ, ਸਾੜ ਦਿੱਤਾ, ਖਤਮ ਕਰ ਦਿੱਤਾ ਹੈ। ਹਉ ਮੈਂ ਸ਼ਬਦ ਜਲਾਇਆ। ਇਹ ਹਉਮੈ ਰੂਪੀ ਜਿਹੜਾ ਰੋਗ ਸੀ ਇਹਨੂੰ ਸ਼ਬਦ ਦੁਆਰਾ ਸਾੜ ਦਿੱਤਾ ਹੈ। ਮੇਰੇ ਹਰ ਭਾਇਆ। ਮੇਰੇ ਹਰੀ ਨਿਰੰਕਾਰ ਨੂੰ ਜਿਹੜਾ ਹਉਮੈ ਤੋਂ ਰਹਿਤ ਗੁਰਮੁਖ ਹੈ ਉਹਦਾ ਸਾਰਾ ਕਰਤੱਵ ਭਾ ਜਾਂਦਾ, ਮਨਜ਼ੂਰ ਹੋ ਜਾਂਦਾ ਹੈ। ਜਿਸ ਦੀ ਸਾਚੀ ਬਾਣੀ। ਕਿਉਂਕਿ ਉਹਦੀ ਬਾਣੀ ਸੱਚੀ ਹੈ, ਸੱਚ ਅੰਦਰ ਆ ਗਿਆ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦਸੈ ਬਾਟ ਮਰੀਦਾਂ ਜੋਲੀ। ਮਰੀਦ ਬਣ ਕੇ ਉਸ ਬਚਨ ਨੂੰ ਉਹ ਗ੍ਰਹਿਣ ਕਰਦੇ ਆ। ਇਸ ਵਾਸਤੇ ਭਗਤ ਜਨਾਂ ਕੀ ਊਤਮ ਬਾਣੀ ਜੁਗ ਜੁਗ ਰਹੀ ਸਮਾਏ। ਉਹਨਾਂ ਦੀ ਬਾਣੀ ਬੜੀ ਉੱਤਮ ਬਣ ਜਾਂਦੀ ਹੈ, ਸ੍ਰੇਸ਼ਟ ਬਣ ਜਾਂਦੀ ਹੈ, ਕਿਉਂਕਿ ਕਿਸੇ ਨਾਲ ਵੈਰ ਵਿਰੋਧਤਾ ਰਹਿੰਦਾ ਹੀ ਨਹੀਂ। ਅਤੇ ਜਦੋਂ ਮਨ ਵਿੱਚ ਇੱਕ ਦੂਜੇ ਨਾਲ ਈਰਖਾ ਕਰਨਾ ਹੋਵੇ, ਫਿਰ ਜਿਹੋ ਜਿਹਾ ਭਾਵ ਹੈ ਉਹਦੇ ਪ੍ਰਤੀ ਉਸ ਤਰ੍ਹਾਂ ਦੀ ਉਹ ਗੱਲ ਕਰੇਗਾ। ਜੇ ਉਹਦਾ ਉਹ ਜਸ ਬਰਦਾਸ਼ਤ ਨਹੀਂ ਕਰਦਾ, ਫਿਰ ਈਰਖਾ ਦੀਆਂ ਗੱਲਾਂ ਕਰੇਗਾ ਜਾਂ ਉਹਦੀ ਨਿੰਦਿਆ ਕਰੇਗਾ। ਪਰ ਉਹ ਭਗਤ ਜਿਨ੍ਹਾਂ ਦੇ ਮਨ ਵਿੱਚ ਐਸਾ ਕੋਈ ਬਾਵਾ ਵੈਰ ਨਾ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ, ਉਹ ਫਿਰ ਵੈਰ ਭਾਵਨਾ, ਈਰਖਾ ਵਾਲੀ ਭਾਵਨਾ ਤੋਂ ਚਲੇ ਜਾਂਦੀ ਹੈ। ਅਤੇ ਇਸ ਵਾਸਤੇ ਫਿਰ ਉਹ ਇਸ ਤਰ੍ਹਾਂ ਦੀ ਕੋਝੀ ਬਾਣੀ, ਨਿੰਦਿਆ ਵਾਲੀ, ਚੁਗਲੀ ਵਾਲੀ, ਕਿਸੇ 'ਤੇ ਦੋਸ਼ ਆਰੋਪਣ ਕਰਨ ਵਾਲੀ ਗੱਲ ਨਹੀਂ ਬੋਲਦੇ। ਅਤੇ ਉਹਨਾਂ ਦੀ ਬਾਣੀ ਬੜੀ ਮਿੱਠੀ ਪਿਆਰੀ ਅੰਮ੍ਰਿਤ ਰੂਪ ਬਣ ਜਾਂਦੀ ਹੈ। ਸੱਚੀ ਭਗਤ ਕਰਹਿ ਦਿਨ ਰਾਤੀ। ਉਹ ਦਿਨ ਰਾਤ ਉਹਦੀ ਸੱਚੀ ਭਗਤੀ ਕਰਦੇ ਆ, ਪਰ ਕਈ ਵਾਰੀ ਮਨੁੱਖਾਂ ਨੂੰ ਚੰਗੀ ਨਹੀਂ ਲੱਗਦੀ। ਰਵਿਦਾਸ ਸਾਹਿਬ ਸੀ, ਉਹਨਾਂ 'ਤੇ ਸ਼ਿਕਾਇਤਾਂ ਕਰ ਦਿੱਤੀਆਂ, ਇਹ ਸ਼ੂਦਰ ਹੈ, ਇਹਨੂੰ ਠਾਕਰਾਂ ਦੀ ਪੂਜਾ ਕਰਨ ਦਾ ਅਧਿਕਾਰ ਨਹੀਂ ਹੈ। ਹੁਣ ਜਿਹੜੀ ਹਕੂਮਤ ਸੀ ਉਹ ਮਲੇਸ਼ੀਆਂ ਦੀ ਸੀ, ਅਤੇ ਜਿਹੜੇ ਸਰਕਾਰੀ ਲੋਕ ਹੁੰਦੇ ਉਹ ਚਾਹੁੰਦੇ ਹੁੰਦੇ ਕਿ ਆਪਸ ਵਿੱਚ ਉਲਝੇ ਰਹਿਣ, ਅਤੇ ਜਾਂ ਸਾਡਾ ਜਿਹੜਾ ਧਰਮ ਹੈ ਉਹਦਾ ਫੈਲਾਓ ਹੋਵੇ। ਉਹਨੇ ਰਵਿਦਾਸ ਨੂੰ ਬੁਲਾ ਲਿਆ ਵੀ ਤੇਰੇ 'ਤੇ ਜਾਤੀ ਅਭਿਮਾਨੀ ਬ੍ਰਾਹਮਣਾਂ ਦੀ ਸ਼ਿਕਾਇਤ ਹੈ ਕਿ ਤੂੰ ਸ਼ੂਦਰ ਹੈ, ਤੈਨੂੰ ਠਾਕਰਾਂ ਦੀ ਪੂਜਾ ਦਾ ਅਧਿਕਾਰ ਨਹੀਂ ਹੈ। ਰਵਿਦਾਸ ਕਹਿੰਦੇ ਵੀ ਫਿਰ ਇਹ ਫੈਸਲਾ ਆਪਾਂ ਠਾਕਰਾਂ 'ਤੇ ਹੀ ਰੱਖ ਦਈਏ। ਫਿਰ ਗੰਗਾ ਤੋਂ ਪਰਲੇ ਕਿਨਾਰੇ 'ਤੇ ਇਹ ਵੀ ਆਪਣੇ ਠਾਕਰ ਰਾਹ ਦੇਣ, ਮੈਂ ਵੀ ਰਾਹ ਦਿੰਦਾ ਹਾਂ। ਇਹ ਨਹੀਂ ਬੜਾ ਸੁੰਦਰ ਬ੍ਰਾਹਮਣਾਂ ਨੇ ਚੌਂਕੀ ਦੇ ਉੱਤੇ ਸੋਹਣੇ ਵਸਤਰ ਵਿਛਾ ਕੇ ਪੂਜਨ ਕਰਕੇ ਠਾਕਰ ਰਾਹ 'ਤੇ ਇਸ ਨੇ ਵੀ ਇੱਕ ਫੱਟੇ 'ਤੇ ਰਾਹ ਦਿੱਤੇ।
ਇਹ ਹੁਣ ਉਰਲੇ ਪਾਸੇ ਬੈਠੇ ਵੇਦਾਂ ਦੇ ਮੰਤਰ ਪੜ੍ਹ ਪੜ੍ਹ ਕੇ ਬਾਜਾਂ ਮਾਰਦੇ ਆ। ਉਧਰ ਉਦਾਸ ਆਪਣੇ ਰੰਗ ਵਿੱਚ ਮਸਤ ਸਿਮਰਨ 'ਚ ਜੁੜੇ ਹੋਏ ਆ। ਤੇ ਉਹ ਰਵਿਦਾਸ ਵਾਲੇ ਠਾਕੁਰ ਸੀ, ਉਹ ਗੰਗਾ ਤੋਂ ਫਟਾ ਉਵੇਂ ਆ ਰਿਹਾ ਜਿਵੇਂ ਕਿਸ਼ਤੀ ਤਰਦੀ ਹੁੰਦੀ ਹੈ। ਇਹਨਾਂ ਦੇ ਉੱਥੇ ਪਏ ਆ। ਉਹ ਕਹਿੰਦੇ ਵੀ ਹੁਣ ਤੁਸੀਂ ਆਪੇ ਹੀ ਫੈਸਲਾ ਦਿਓਗੇ, ਪੂਜਾ ਦਾ ਅਧਿਕਾਰ ਕਿਹਨੂੰ। ਹੁਣ ਸ਼ਿਕਾਇਤਾਂ ਈਰਖਾ ਦੇ ਵਸ ਕਰ ਬੈਠੇ ਤੇ ਹੁਣ ਸ਼ਰਮਿੰਦੇ ਇੰਨੇ ਹੋਏ ਕਿ ਗੰਗਾ 'ਚ ਡੁੱਬਣ ਜੋਗੇ ਵੀ ਨਹੀਂ ਰਹੇ। ਇਸ ਵਾਸਤੇ ਉਹ ਜਿਹੜੇ ਭਗਤ ਜਨ ਆ ਉਹਨਾਂ ਦੀ ਉਹ ਲੱਜਿਆ ਰੱਖਦੇ। ਉਹਨੀ ਭਗਤੀ ਦੇ ਪ੍ਰਤਾਪ ਨਾਲ ਉਹਨੂੰ ਜਾਣਿਆ ਹੈ। ਸੱਚੀ ਭਗਤ ਕਰਹਿ ਦਿਨ ਰਾਤੀ। ਦਿਨ ਰਾਤ ਸੱਚੀ ਭਗਤੀ ਕਰਦੇ ਆ, ਦਿਖਾਵੇ ਦੀ ਨਹੀਂ। ਉਹ ਪੁਜਾਰੀ ਤਾਂ ਮਾਇਆ ਪਦਾਰਥਾਂ ਵਾਸਤੇ ਕਰਦੇ ਸੀ ਨਾ, ਇਹਦੇ ਅੰਦਰ ਸੱਚੀ ਭਗਤੀ ਸੀ। ਉਹ ਦਿਨ ਰਾਤ ਸੱਚੀ ਭਗਤੀ ਉਹਦੀ ਕਰਦੇ ਹਨ। ਗੁਰਮੁਖ ਆਪ ਵਖਾਣੀ। ਹਾਂ, ਗੁਰਮੁਖਾਂ ਨੇ ਇਹ ਜਿਹੜੀ ਉਹਨਾਂ ਦੀ ਭਗਤੀ ਦੀ ਕਹਾਣੀ ਆ, ਇਹ ਕਹਿ ਕੇ ਦੱਸੀ ਹੈ। ਅੱਜ ਵੀ ਗੁਰਭਗਤ ਮਾਲ ਦੇ ਅੰਦਰ ਉਹਨਾਂ ਭਗਤਾਂ ਦੇ ਪ੍ਰਸੰਗ ਕਿੰਨੇ ਲਿਖੇ ਹੋਏ ਆ, ਬੇਅੰਤ ਪ੍ਰਸੰਗ ਹੈਗੇ ਆ। ਇਸ ਵਾਸਤੇ ਉਹਨਾਂ ਗੁਰਮੁਖਾਂ ਦੀ ਕਥਾ ਕਹਾਣੀ ਜਿਹੜੀ ਹੈ ਉਹ ਗੁਰੂ ਮਹਾਰਾਜ ਨੇ ਵੀ ਗ੍ਰੰਥਾਂ ਵਿੱਚ ਵੀ ਹੋਰ ਸਿਆਣਿਆਂ ਨੇ ਵੀ ਕਹਿ ਕੇ ਦੱਸੀ ਹੈ। ਭਗਤਾਂ ਕੀ ਚਾਲ ਸੱਚੀ ਆਤ ਨਿਰਮਲ। ਭਗਤਾਂ ਦੀ ਜਿਹੜੀ ਚਾਲ ਹੈ ਸੱਚੀ ਹੈ। ਉਹਨਾਂ ਦੀ ਚਾਲ ਰੀਤੀ ਜਿਹੜੀ ਹੈ ਮਰਜ਼ਾਦਾ ਹੈ ਔਰ ਸੱਚੀ ਹੈ, ਬਹੁਤ ਨੀਕੀ ਸ੍ਰੇਸ਼ਟ ਹੈ, ਪਵਿੱਤਰ ਹੈ। ਨਾਮ ਸੱਚਾ ਮਨ ਭਾਇਆ। ਕਿਉਂਕਿ ਉਹਨਾਂ ਦੇ ਮਨ ਵਿੱਚ ਸੱਚਾ ਨਾਮ ਪਾਇਆ, ਚੰਗਾ ਲੱਗਿਆ। ਤੇ ਜਿਹੜੇ ਆਮ ਮਨੁੱਖ ਹੁੰਦੇ ਆ ਉਹਨਾਂ ਨੂੰ ਨਾਮ ਚੰਗਾ ਨਹੀਂ ਲੱਗਦਾ। ਜਿਉਂ ਜਿਉਂ ਰਾਮ ਕਹਿ ਜਨ ਵਿਚੇਰ ਨਾ ਨਿੰਦਕ ਡੰਸ ਲਗਾ ਹੈ, ਜਨ ਬਿਛੂ ਡਸਾਨਾ। ਉਹ ਗੰਦੇ ਆ ਗੀਤ ਵਗੈਰਾ ਤਾਂ ਸੁਣ ਕੇ ਖੁਸ਼ ਹੋਣਗੇ। ਨਾਮ ਦੀ ਗੱਲ ਹੋਏ ਤੇ ਇਸ ਤਰ੍ਹਾਂ ਜਿਵੇਂ ਕੋਈ ਬਿਛੂ ਡੰਗ ਮਾਰਦੇ ਆ। ਇਸ ਵਾਸਤੇ ਉਹ ਜਿਹੜੇ ਗੁਰਮੁਖ ਆ ਉਹਨਾਂ ਨੂੰ ਇਹ ਨਾਮ ਬਹੁਤ ਚੰਗਾ ਪਵਿੱਤਰ ਲੱਗਦਾ ਹੈ। ਨਾਨਕ ਭਗਤ ਸੋਹ ਹੈ ਦਰ ਸਾਚੈ। ਪਾਤਸ਼ਾਹ ਕਹਿੰਦੇ ਜਿਹੜੇ ਭਗਤ ਆ ਦੁਨੀਆ ਭਾਵੇਂ ਨਿੰਦਿਆ ਕਰੇ ਪਰ ਉਹ ਸੱਚੇ ਦੇ ਦਰਬਾਰ ਵਿੱਚ ਸੋਹ ਹੈ, ਸੋਭਾ ਪਾਉਂਦੇ ਹਨ, ਸੁਭਾਏਮਾਨ ਹੁੰਦੇ ਹਨ। ਜਿਨੀ ਸੱਚੋ ਸੱਚ ਕਮਾਇਆ। ਜਿਨ੍ਹਾਂ ਗੁਰਮੁਖਾਂ ਨੇ ਸੱਚੋ ਸੱਚ ਨਿਰੰਕਾਰ ਪਰਮੇਸ਼ਰ ਦੇ ਨਾਮ ਨੂੰ ਕਮਾਇਆ, ਗੁਰੂ ਦੇ ਬਚਨ ਨੂੰ ਕਮਾਇਆ ਹੈ। ਹਰ ਭਗਤਾਂ ਕੀ ਜਾਤ ਪਤ ਹੈ। ਜਿਹੜੇ ਹਰੀ ਦੇ ਭਗਤ ਆ ਉਹਨਾਂ ਦੀ ਜਾਤ ਪਤ ਇੱਜ਼ਤ ਨਿਰੰਕਾਰ ਪਰਮੇਸ਼ਰ ਦਾ ਨਾਮ ਹੀ ਹੈ। ਭਗਤ ਹਰ ਕੈ ਨਾਮ ਸਮਾਣੇ RAM। ਜਿਹੜੇ ਭਗਤ ਆ ਉਹ ਹਰੀ ਦੇ ਨਾਮ ਵਿੱਚ ਸਮਾਣੇ ਸਮਾਏ ਹੋਏ ਆ। ਉਹਦਾ ਨਾਮ ਜਪਦੇ ਜਪਦੇ ਨਾਮੀ ਦੇ ਵਿੱਚ ਇਹ ਲੀਨ ਹੋ ਜਾਂਦੇ ਆ। ਕਿਉਂਕਿ ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਉਹ ਫਿਰ ਉਹਦੇ ਨਾਮ ਵਿੱਚ ਹੀ ਅਭੇਦ ਹੋ ਜਾਂਦੇ ਆ। ਨਾਮ ਜਪਦੇ ਜਪਦੇ ਉਹਨਾਂ ਨੂੰ ਐਸੀ ਅਵਸਥਾ ਤੇ ਅਭੇਦ ਰੂਪੀ ਪ੍ਰਾਪਤ ਹੋ ਜਾਂਦੀ ਹੈ। ਹਰ ਭਗਤ ਕਰਹਿ ਵਿਚੋਂ ਆਪ ਗਵਾਵਹਿ। ਹਰੀ ਦੀ ਭਗਤੀ ਕਰਦੇ ਆ, ਵਿੱਚੋਂ ਆਪਾ ਭਾਵ ਜਿਹੜਾ ਉਹ ਗਵਾ ਦਿੰਦੇ ਆ। ਕਈ ਮਨਮੁਖ ਵੀ ਕਰਦੇ ਆ ਪਰ ਉਹਨਾਂ ਦੇ ਅੰਦਰ ਆਪਾ ਭਾਵ ਹੰਕਾਰ ਵਾਲਾ ਭਾਵ ਹੁੰਦਾ ਹੈ।
ਹੁਣ ਜੇ ਕੋਈ ਪੁੰਨਦਾਨ ਕਰਦੇ ਆ, ਪਾਠ ਪੂਜਾ ਕਰਦੇ ਆ, ਤੇ ਹਉਮੈ ਦੀ ਗੰਧ ਆਉਂਦੀ ਹੈ। ਅਸੀਂ ਜੀ ਇੰਨਾ ਦਾਨ ਕੀਤਾ, ਇਤਨਾ ਪੁੰਨ ਕੀਤਾ, ਇੰਨਾ ਜਗ ਕੀਤਾ, ਇੰਨੀਆਂ ਯਾਤਰਾ ਕੀਤੀਆਂ, ਇੰਨੀ ਸੇਵਾ ਕੀਤੀ, ਉਹ ਦਿਖਾਵੇ ਦਾ ਜ਼ਿਆਦਾ ਹੁੰਦਾ। ਪਰ ਜਿਹੜੇ ਗੁਰੂ ਪਿਆਰੇ ਆ, ਉਹਨਾਂ ਅੰਦਰੋਂ ਇਹ ਹਉਮੈ ਜਿਹੜੀ ਹੈ, ਇਸ ਨੂੰ ਨਿਵਰਤ ਕਰ ਦਿੱਤਾ, ਦੂਰ ਕਰ ਦਿੱਤਾ ਹੈ। ਜਿਨ ਗੁਣ ਅਵਗਣ ਪਛਾਣੇ ਰਾਮ, ਉਹਨੇ ਰਮੇ ਹੋਏ ਦਾ ਨਾਮ ਜਪ ਕੇ ਗੁਣਾਂ ਨੂੰ ਪਛਾਣ ਲਿਆ, ਔਗੁਣਾਂ ਨੂੰ ਵੀ ਜਾਣ ਲਿਆ। ਇਹ ਕਰਮ ਔਗੁਣ ਰੂਪ ਹੈ, ਚੋਰੀ ਹੈ, ਜਾਰੀ ਹੈ, ਬਦਮਾਸ਼ੀ ਹੈ, ਨਿੰਦਿਆ, ਝੂਠ ਹੈ, ਧੋਖੇ ਵਾਲੀ ਬਿਰਤੀ ਹੈ, ਹੋਰ ਵੀ ਛਲ ਬਿਰਤੀਆਂ, ਕੌਟ ਬਿਰਤੀਆਂ, ਇਹਨਾਂ ਨੂੰ ਜਾਣ ਲਿਆ ਤੇ ਗੁਣਾਂ ਨੂੰ ਵੀ ਜਾਣ ਲਿਆ ਵੀ ਇਹ ਸੱਚ ਹੈ, ਇਹ ਧਰਮ ਹੈ, ਧੀਰਜ ਹੈ, ਵਿਵੇਕ ਹੈ, ਗਿਆਨ ਹੈ। ਉਹ ਗੁਣਾਂ ਦੁਆਰਾ ਔਗੁਣਾਂ ਨੂੰ ਦੂਰ ਕਰਕੇ ਉਹਨੇ ਸੱਚੇ ਪਰਮੇਸ਼ਰ ਨੂੰ ਪਛਾਣ ਲਿਆ ਹੈ। ਗੁਣ ਔਗਣ ਪਛਾਣੈ, ਹਰ ਨਾਮ ਵਖਾਣੈ। ਹਾਂ, ਔਗੁਣਾਂ ਦਾ ਕੇ ਗੁਣਾਂ ਨੂੰ ਪੈਦਾ ਕਰਕੇ ਪਛਾਣ ਲਿਆ, ਤੇ ਇਸ ਕਰਕੇ ਫਿਰ ਉਹ ਜਿਹੜੇ ਗੁਰਮੁਖ ਪਿਆਰੇ ਆ, ਫਿਰ ਪੜ੍ਹੋ। ਗੁਣ ਔਗਣ ਪਛਾਣੈ, ਹਰ ਨਾਮ ਵਖਾਣੈ। ਤੇ ਹਰੀ ਦੇ ਨਾਮ ਦਾ ਹੀ ਬਖਿਆਨ ਕਥਨ ਕਰਦੇ ਹਨ। ਪੈ ਭਗਤ ਮੀਠੀ ਲਾਗੀ, ਉਹ ਇਸ ਰਸਤੇ ਤੇ ਪੈ ਗਏ, ਉਹਨਾਂ ਨੂੰ ਜਿਹੜੀ ਭਗਤੀ ਆ ਨਾ, ਉਹ ਮਿੱਠੀ ਲੱਗਦੀ ਹੈ। ਇਸ ਵਾਸਤੇ ਉਹ ਇਸ ਰਸਤੇ ਤੇ ਤੁਰ ਪਿਆ ਤੇ ਲੋਕਾਂ ਦੀ ਇਹ ਪਰਵਾਹ ਨਹੀਂ ਕਰਦੇ। ਕੋਈ ਹਾਂਜੀ ਬੁਰਾ ਕਹੇ, ਕੋਈ ਭਲਾ ਕਹੇ, ਹਮ ਤਨ ਤਨ ਦੀ ਉਹ ਹੈ ਢਾਰ ਵਾਲੀ ਅਵਸਥਾ ਬਣ ਜਾਂਦੀ ਹੈ। ਉਹਨਾਂ ਨੂੰ ਨਿਰੰਕਾਰ ਦੀ ਜਿਹੜੀ ਭਗਤੀ ਹੈ ਮਿੱਠੀ ਲੱਗਦੀ ਹੈ, ਪਿਆਰੀ ਲੱਗਦੀ ਹੈ। ਆਨ ਦਿਨ ਭਗਤ ਕਰਹਿ ਦਿਨ ਰਾਤੀ, ਉਹ ਦਿਨ ਰਾਤ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦੇ ਹਨ। ਘਰ ਹੀ ਮਹਿ ਬੈਰਾਗੀ, ਹਾਂ, ਘਰ ਵਿੱਚ ਰਹਿੰਦੇ ਉਹਨਾਂ ਦੀ ਬੈਰਾਗ ਅਵਸਥਾ ਹੈ, ਤਿਆਗ ਅਵਸਥਾ ਹੈ। ਕਿਉਂਕਿ ਜਿਹੜੀ ਪਕੜ ਸੀ ਨਾ, ਉਹ ਖਤਮ ਹੋ ਗਈ। ਤੇ ਜੇ ਪਕੜ ਖਤਮ ਨਹੀਂ ਹੋਈ, ਫਿਰ ਭਾਵੇਂ ਜੰਗਲ 'ਚ ਜਾ ਕੇ ਬਹਿ ਜਾ। ਇਸ ਵਾਸਤੇ ਉਹ ਘਰ ਦੇ ਅੰਦਰ ਰਹਿੰਦਿਆਂ ਹੀ ਬੈਰਾਗ ਅਵਸਥਾ ਵਿੱਚ ਰਹਿੰਦੇ ਹਨ। ਭਗਤੀ ਰਾਤੇ ਸਦਾ ਮਨ ਨਿਰਮਲ, ਭਗਤੀ ਵਿੱਚ ਉਹਨੇ ਆਪਣਾ ਮਨ ਰੰਗ ਲਿਆ, ਔਰ ਸਦਾ ਮਨ ਦੇ ਅੰਦਰ ਪਵਿੱਤਰ ਭਾਵ ਜਿਹੜੇ ਹਨ ਨਿਵਾਸ ਕਰਦੇ ਹਨ। ਕਿਉਂਕਿ ਜੀਉ ਨਿਰਮਲ ਬਾਹਰੋਂ ਨਿਰਮਲ, ਅੰਦਰੋਂ ਵੀ ਨਿਰਮਲ ਆ, ਬਾਹਰੋਂ ਵੀ। ਸਰੀਰਕ ਕਿਰਿਆ ਵੀ ਜਿੱਥੇ ਤੱਕ ਹੋਵੇ ਸ਼ੁੱਧ ਰੱਖਣ ਦੀ ਕੋਸ਼ਿਸ਼ ਕਰਦੇ ਆ, ਤੇ ਅੰਦਰੋਂ ਆਪਣੇ ਮਨ ਨੂੰ ਵੀ ਪਵਿੱਤਰ ਰੱਖਣ ਦਾ ਯਤਨ ਆਹਰ ਵਿੱਚ ਲੱਗੇ ਰਹਿੰਦੇ ਆ। ਸਰੀਰ ਜਿਹੜਾ ਹੈ ਮਿੱਟੀ ਸਾਬਣ ਪਾਣੀ ਨਾਲ, ਵਸਤਰ ਆਦਿ ਵੀ ਸਾਫ ਸੁਥਰੇ, ਤੇ ਇਸੇ ਤਰ੍ਹਾਂ ਜਿਹੜਾ ਮਨ ਆ ਉਹਨੂੰ ਸਿਮਰਨ ਦੁਆਰਾ, ਸੇਵਾ ਦੁਆਰਾ ਸਰੀਰਕ ਸ਼ੁੱਧੀ ਹੈ, ਸਿਮਰਨ ਦੁਆਰਾ ਮਨ ਦੀ ਸ਼ੁੱਧੀ ਹੈ, ਔਰ ਗਿਆਨ ਦੁਆਰਾ ਜਿਹੜੀ ਬੁੱਧੀ ਇਸ ਨੂੰ ਸ਼ੁੱਧ ਪਵਿੱਤਰ ਰੱਖਦੇ ਹਨ। ਹਰ ਜੀਉ ਵੇਖੈ ਸਦਾ ਨਾਲੇ, ਅਤੇ ਉਹਨਾਂ ਦੀ ਦ੍ਰਿਸ਼ਟੀ ਇਤਨੀ ਪਵਿੱਤਰ ਬਣ ਗਈ ਹੈ। ਹਰੀ ਜੀਉ ਜੋ ਸਤਿਕਾਰ, ਜੋ ਨਿਰੰਕਾਰ ਹੈ, ਉਹਨੂੰ ਸਦਾ ਨਾਲ ਹੀ ਦੇਖਦੇ ਆ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਹਰ ਵੇਲੇ ਉਹਨੂੰ ਨਾਲ। ਆਮ ਦੁਨੀਆ ਤਾਂ ਕਹਿੰਦੀ ਪਰਮੇਸ਼ਰ ਕਿਹੜਾ ਦੇਖਦਾ, ਕਿ ਕਈ ਤਰ੍ਹਾਂ ਦੇ ਪੁੱਠੇ ਕਰਮ ਕਰੀ ਜਾਂਦੇ ਆ, ਪਰ ਉਹ ਉਹਨੂੰ ਹਰ ਵੇਲੇ ਨਾਲ ਦੇਖਦੇ ਆ। ਇਸ ਕਰਕੇ ਉਹਨਾਂ ਤੋਂ ਫਿਰ ਐਬ ਦਾ ਹੋਣਾ ਹੋ ਹੀ ਨਹੀਂ ਸਕਦਾ। ਉਹਦਾ ਭੈ ਹੁੰਦਾ ਮਨ ਵਿੱਚ ਵੀ ਪਰਮੇਸ਼ਰ ਤਾਂ ਸਾਡੀਆਂ ਗੱਲਾਂ ਸੁਣ ਵੀ ਰਿਹਾ, ਦੇਖ ਵੀ ਰਿਹਾ। ਇਸ ਕੇ ਉਹਦੇ ਭੈ ਵਿੱਚ ਰਹਿਣ ਕਰਕੇ ਫਿਰ ਉਹ ਕੁਦਰਤੀ
ਬੁਰਾਈ ਤੋਂ ਬਚੇ ਰਹਿੰਦੇ ਹਨ। ਨਾਨਕ ਸੇ ਭਗਤ ਹਰ ਕੈ ਦਰ ਸਾਚੇ। ਮਹਾਰਾਜ ਕਹਿੰਦੇ ਜਿਹੜੇ ਭਗਤ ਆ ਨਾ ਉਹ ਹਰੀ ਦੇ ਦਰ ਵਿੱਚ ਸੱਚੇ ਆ। ਇੱਥੇ ਤਾਂ ਕਈ ਵਾਰੀ ਝੂਠੇ ਸੱਚੇ ਬਣ ਜਾਂਦੇ ਹਨ। ਵੱਡੀ ਦੇ ਲਈ ਸਿਫਾਰਿਸ਼ ਪਵਾ ਲਈ ਅਤੇ ਕਈ ਵਾਰੀ ਝੂਠੇ ਵੀ ਸੱਚੇ ਹੋ ਕੇ ਆ ਜਾਂਦੇ ਆ, ਸੱਚੇ ਫਸ ਜਾਂਦੇ ਆ। ਅਤੇ ਉੱਥੇ ਇਹ ਚੀਜ਼ ਚੱਲਦੀ ਨਹੀਂ। ਉੱਥੇ ਸੱਚੋ ਹੀ ਸੱਚ ਨਿਬੜਿਆ, ਚੁਣ ਵਖ ਕੱਢੇ ਜਿ ਜਮਾਲਿਆ। ਥਾਉ ਨ ਫਨ ਕੂੜਿਆਰ ਮੋਹ ਕਾਲੇ, ਦੋਜਕ ਝਾਲਿਆ। ਤੇਰੇ ਨਾਇ ਰਤੇ ਸੇ ਜਿਣ ਗਏ ਹਾਰ ਗਏ ਸੇ ਠਗਣ ਵਾਲਿਆ। ਲੇਖ ਨਾਵੈ ਧਰਮ ਬਹਾਲਿਆ। ਇਸ ਵਾਸਤੇ ਫਿਰ ਉਹ ਜਿਹੜੇ ਗੁਰਮੁਖ ਆ ਉਹਨਾਂ ਦੀ ਤਾਂ ਐਸੀ ਅਵਸਥਾ ਹੈ, ਇੱਥੇ ਤਾਂ ਹੇਰਾ ਫੇਰੀ ਚਲਾ ਜਾਂਦੀ ਹੈ। ਉੱਥੇ ਜਿਹੜੀ ਅਦਾਲਤ ਆ ਉਹਦੇ ਵਿੱਚ ਹੇਰਾ ਫੇਰੀ ਨਹੀਂ ਚੱਲਦੀ ਹੈ। ਇਸ ਵਾਸਤੇ ਉਹਦੇ ਦਰ ਦੇ ਵਿੱਚ ਸਦਾ ਸਚਿਆਰ ਸਿੱਖ ਬੈਠਣ ਸਤਿਗੁਰ ਪਾਸ। ਕੂੜਿਆਰਾਂ ਇੱਥੇ ਉਲਾਸ। ਜਿਹੜੇ ਗੁਰ ਸਿੱਖ ਆ ਉਹ ਤਾਂ ਫਿਰ ਮਹਾਰਾਜ ਕੋ, ਜਿਹੜੇ ਕੂੜੇ ਆ ਉਹ ਆ ਵੀ ਜਾਣ ਅਤੇ ਐਵੇਂ ਫਿਰ ਘੜੀ ਦੀਆਂ ਸੂਈਆਂ ਦੇਖੀ ਜਾਣਗੇ। ਪਤਾ ਨਹੀਂ ਭਾਈ ਭੋਗ ਕਦੋਂ ਪਾਉਣਗੇ, ਇਹਦਾ ਹਟਦਾ ਹੀ ਨਹੀਂ ਹੁਣ। ਸੋ ਇਸ ਵਾਸਤੇ ਉਹਨਾਂ ਦੇ ਚਿੱਤ ਤੱਕ ਉੱਥੇ ਲੱਗਦੇ ਹੀ ਨਹੀਂ ਨਾ। ਜਿਹੜੇ ਗੁਰਮੁਖ ਆ ਉਹਨਾਂ ਦੇ ਅੰਦਰ ਐਸਾ ਰਸ ਪੈਦਾ ਹੋ ਜਾਂਦਾ, ਉਹ ਫਿਰ ਉਸੇ ਰਸ ਦੇ ਵਿੱਚ ਹੀ ਗੁੜੂੰਦ ਹੋ ਜਾਂਦੇ ਆ। ਐਸਾ ਉਹਨਾਂ ਨੂੰ ਆਨੰਦ ਆਉਂਦਾ। ਗੁਰੂ ਕੀ ਬਾਣੀ ਦਾ ਪਾਠ ਹੈ, ਕੀਰਤਨ ਆ, ਕਥਾ ਪ੍ਰਸੰਗ ਆ, ਕਿ ਗੁਰੂ ਮਹਾਰਾਜ ਦੇ ਬਚਨ ਆ, ਇਹਦੇ ਵਿੱਚ ਬੜਾ ਆਨੰਦ ਹੈ। ਸੁਣ ਸੁਣ ਕੇ ਬੜੇ ਖੁਸ਼ ਪ੍ਰਸੰਨ ਹੁੰਦੇ ਹਨ। ਆਨੰਦ ਨਾਮ ਸੰਭਾਲੇ। ਦਿਨ ਰਾਤ ਪਰਮੇਸ਼ਰ ਦਾ ਜਿਹੜਾ ਨਾਮ ਆ ਇਹਨੂੰ ਚੇਤੇ ਕਰਦੇ ਆ, ਔਰ ਇਸ ਸਿਮਰਨ ਦੀ ਅਵਸਥਾ ਦੇ ਵਿੱਚ ਉਹ ਲੱਗੇ ਰਹਿੰਦੇ ਹਨ। ਮਨਮੁਖ ਭਗਤ ਕਰਹਿ ਬਿਨ ਸਤਿਗੁਰ। ਉਹ ਜਿਹੜੇ ਮਨਮੁਖ ਆ ਉਹਨਾਂ ਦੇ ਅੰਦਰ ਭਗਤੀ ਤਾਂ ਹੈ ਨਹੀਂ। ਉਹਨਾਂ ਦੇ ਅੰਦਰ ਬੈਰ ਵਿਰੋਧ ਵਾਲਾ, ਈਰਖਾ ਵਾਲਾ, ਨਿੰਦਿਆ ਚੁਗਲੀ ਵਾਲਾ ਭਾਵ ਆ। ਕਿਉਂਕਿ ਮਨਮੁਖ ਤਾਂ ਉਹੀ ਜਿਹੜਾ ਮਨ ਦੇ ਕਹੇ 'ਤੇ ਕਰ ਰਿਹਾ। ਗੁਰਮੁਖ ਹੈ ਜਿਹੜਾ ਗੁਰੂ ਦੇ ਕਹੇ 'ਤੇ ਕਰਦਾ। ਗੱਲ ਤਾਂ ਇੰਨੀ ਕਹੀ ਹੈ। ਦੇਖਣ ਚਾਖਣ ਨੂੰ ਡਰੈਸ ਦੇਖੀਏ ਤਾਂ ਇੱਕੋ ਜਿਹੀ ਵੀ ਨਜ਼ਰ ਆਉਂਦੀ, ਜਾਂ ਮਨਮੁਖਾਂ ਨੇ ਤਾਂ ਬਹੁਤਾ ਵੀ ਠਾਠਾ ਬਾਗਾ ਜਿਹਾ ਬਣਾਇਆ ਹੁੰਦਾ, ਪਰ ਉਹ ਲੱਛਣਾਂ ਤੋਂ ਹੀ ਪਛਾਣਿਆ ਜਾਂਦਾ ਹੈ। ਇਸ ਵਾਸਤੇ ਮਨਮੁਖਾਂ ਦੀ ਭਗਤੀ ਦਾ ਅਤੇ ਗੁਰਮੁਖਾਂ ਦੀ ਭਗਤੀ ਦਾ ਬੜਾ ਅੰਤਰ ਫਰਕ ਹੈ। ਵਿਣ ਸਤਿਗੁਰ ਭਗਤ ਨਾ ਹੋਈ ਰਾਮ। ਰਾਮ ਦੀ ਜਿਹੜੀ ਭਗਤੀ ਹੈ ਬਿਨਾਂ ਸਤਿਗੁਰੂ ਦੀ ਸਿੱਖਿਆ ਦੀਖਿਆ ਤੋਂ ਨਹੀਂ ਹੁੰਦੀ। ਇੱਕ ਤਾਂ ਹੁੰਦਾ ਦੇਖੋ ਦੇਖੀ ਕੰਮ ਕਰੀ ਜਾਣਾ ਮਨ ਮਰਜ਼ੀ ਦੇ ਨਾਲ। ਇੱਕ ਹੁੰਦਾ ਗੁਰੂ ਵਾਲੇ ਬਣ ਕੇ ਪਹਿਲਾਂ ਸਿੱਖਿਆ ਲੈਣੀ, ਦੇਖਿਆ, ਉਪਦੇਸ਼ ਮੰਤਰ ਲੈਣਾ, ਫਿਰ ਗੁਰੂ ਨੇ ਜਿਹੜੀ ਰਹਿਤ ਦੱਸੀ ਉਹਦੇ 'ਚ ਰਹਿਣਾ, ਕਰਹਿਤ ਤਿਆਗਣਾ, ਅਤੇ ਫਿਰ ਉਹ ਮਰਜ਼ਾਦਾ ਦੇ ਨਾਲ ਭਜਨ ਬਾਣੀ ਸੇਵਾ ਅਭਿਆਸ ਕਰਨਾ। ਉਹ ਥਾਂ ਪੈਂਦਾ। ਅਤੇ ਜਿਹੜਾ ਮਨ ਦੀ ਚਿਤਰਾਈ ਨਾਲ ਆ ਉਹਦੇ ਘਰ ਵਿੱਚ ਥਾਂ ਨਹੀਂ ਨਾ ਪੈਂਦਾ। ਉਹ ਕਹਿੰਦੇ ਪਏ ਜਿਹੜੀ ਰਾਧਾ ਸੀ ਇਹ ਗਵਾਲਿਆਂ ਦੀ ਲੜਕੀ ਸੀ, ਇਹਦੇ ਅੰਦਰ ਕ੍ਰਿਸ਼ਨ ਜੀ ਦੀ ਭਗਤੀ ਸੀ, ਅਤੇ ਰੁਕਮਣੀ ਉਹਨਾਂ ਦੇ ਘਰ ਵਾਲੀ ਸੀ, ਅਤੇ ਉਹਦੇ ਮਨ 'ਚ ਬੜੀ ਜੈਲਸੀ ਰਹਿਣੀ। ਹਾਂਜੀ, ਅਤੇ ਉਸਨੇ ਇੱਕ ਦਿਨ ਕੀ ਕੀਤਾ, ਗਰਮ ਗਰਮ ਦੁੱਧ ਜਿਹੜਾ ਸੀ ਉਹ ਰਾਧਾ ਨੂੰ ਕਹਿੰਦੀ ਵੀ ਕ੍ਰਿਸ਼ਨ ਮਹਾਰਾਜ ਦਾ ਸੀਤਲ ਪ੍ਰਸ਼ਾਦ ਆ, ਛਕ ਲਾ। ਹੁਣ ਜਿਹੜਾ ਪ੍ਰੇਮੀ ਭਗਤ ਹੈ ਉਹਦੇ ਅੰਦਰ ਭਾਵਨਾ ਸ਼ਰਧਾ ਹੁੰਦੀ ਹੈ, ਉਹਨੂੰ ਉਸੇ ਤਰ੍ਹਾਂ ਹੀ ਉਹ ਪੀ ਲਿਆ। ਅਤੇ ਜਦੋਂ ਫਿਰ ਰੁਕਮਣੀ ਉਹ ਕ੍ਰਿਸ਼ਨ ਮਹਾਰਾਜ ਦੀ ਸੇਵਾ 'ਚ ਗਈ, ਸਰੀਰ ਦੇ ਉੱਤੇ ਛਾਲੇ ਪਏ ਹੋਏ ਆ। ਕਹਿਣ ਲੱਗੀ ਮਹਾਰਾਜ ਪਏ ਤੁਹਾਡੇ ਸਰੀਰ 'ਤੇ ਬੜੇ ਫਲੂਏ ਹੋਏ ਆ, ਛਾਲੇ ਪਏ ਆ। ਉਹ ਖਾਮੋਸ਼ ਰਹਿ। ਫਿਰ ਪੁੱਛਣ ਦਾ ਯਤਨ ਕੀਤਾ, ਕਹਿੰਦੇ ਤੇਰੀ ਕਿਰਪਾ।
ਕਹਿੰਦੇ ਇਹ ਮਹਾਰਾਜ ਮੈਂ ਕਿਵੇਂ ਕਰ ਸਕਦੀ ਹਾਂ? ਕਹਿੰਦੇ ਤਾਂ ਝੂਠ ਬੋਲ ਕੇ ਈਰਖਾ ਦੇ ਵੱਸ ਹੋ ਕੇ ਉਹ ਰਾਧਾ ਸਾਡੀ ਭਗਤਣੀ ਹੈ, ਉਹਨੂੰ ਤੂੰ ਇਹ ਝੂਠ ਕਿਹਾ ਕਿ ਕ੍ਰਿਸ਼ਨ ਜੀ ਦਾ ਸੀਤ ਪ੍ਰਸ਼ਾਦ ਆ, ਗਰਮ ਗਰਮ ਦੁੱਧ ਦਿੱਤਾ, ਉਹਨੂੰ ਪੀ ਲਿਆ। ਉਹ ਹਿਰਦੇ 'ਚ ਉਸਨੇ ਸਾਡਾ ਸਰੂਪ ਧਾਰਿਆ ਹੋਇਆ ਸੀ, ਉਹ ਸਾਡੇ ਉੱਤੇ ਪਿਆ ਤੇ ਛਾਲੇ ਹੋ ਗਿਆ। ਇਸ ਵਾਸਤੇ ਹੁਣ ਸੇਵਾ ਉਹ ਵੀ ਕਰਦੀ ਹੈ। ਉਹਦੇ ਅੰਦਰ ਹੈ ਕਿ ਮੇਰਾ ਪਤੀ ਹੈ, ਉਹਦੇ ਅੰਦਰ ਹੈ ਕਿ ਮੇਰੇ ਭਗਵਾਨ ਆ, ਇਹ ਮੇਰੇ ਇਸ਼ਟ ਆ, ਇਹ ਮੇਰੇ ਗੁਰੂ ਆ। ਇਸ ਵਾਸਤੇ ਇਹ ਮਨਮੁਖ ਔਰ ਗੁਰਮੁਖ ਦੀ ਅਵਸਥਾ ਦਾ ਭੇਦ ਪ੍ਰਸੰਗਾਂ ਦੁਆਰਾ, ਪਿਛਲੇ ਪ੍ਰਸੰਗ ਪੜ੍ਹ ਲਓ, ਮੌਜੂਦਾ ਸਮੇਂ ਦੇ ਪੜ੍ਹ ਲਓ, ਬਹੁਤ ਸਾਰੀਆਂ ਸਾਖੀਆਂ ਜਿਨ੍ਹਾਂ ਦੇ ਅੰਦਰ ਐਸੇ ਦ੍ਰਿਸ਼ਟਾਂਤ ਜਿਹੜੇ ਆ ਉਹ ਭਾਈ ਪ੍ਰਾਪਤ ਹੁੰਦੇ ਹਨ। ਹਉਮੈ ਮਾਇਆ ਰੋਗ ਵਿਆਪੇ। ਜਿੱਥੇ ਹਉਮੈ ਮਾਇਆ ਕਰਕੇ ਨਾ ਚੰਗਾ ਸੁੰਦਰ ਸਰੂਪ ਹੋਵੇ, ਉਹਦਾ ਵੀ ਹੰਕਾਰ ਹੁੰਦਾ, ਮੈਂ ਬਹੁਤ ਸੋਹਣਾ। ਮਾਇਆ ਦੀ ਵੀ ਹਉਮੈ ਹੈ, ਪਦਾਰਥਾਂ ਦੀ ਹੈ। ਸੋਹਣਾ ਮਕਾਨ ਹੋਵੇ, ਸੋਹਣੀ ਜਾਇਦਾਦ ਹੋਵੇ, ਪਰਿਵਾਰ ਲੰਬਾ ਚੌੜਾ ਹੋਵੇ, ਅਤੇ ਰਾਜ ਸੱਤਾ ਦਾ ਬਲ ਹੋਵੇ, ਅਤੇ ਹੋਰ ਕਈ ਤਰ੍ਹਾਂ ਦੇ ਬਲ ਸ਼ਕਤੀ ਹੈਗੀ ਹੈ, ਫਿਰ ਬੰਦੇ ਅੰਦਰ ਹਉਮੈ ਆ ਜਾਂਦੀ। ਬੰਦਾ ਉਹੋ ਹੀ ਹੁੰਦਾ, ਅਤੇ ਜਦੋਂ ਕੋਈ ਸ਼ਕਤੀ ਮਿਲ ਜਾਂਦੀ ਹੈ ਬਦਲ ਜਾਂਦਾ। ਹੁਣ ਆਪਣੇ ਇਹੀ ਹੁੰਦਾ, ਜਦੋਂ ਵੋਟਾਂ ਹੁੰਦੀਆਂ ਉਦੋਂ ਦਾ ਘਰੋਂ ਘਰੀ ਤੁਰੇ ਫਿਰਦੇ ਆ, ਅਤੇ ਜਿਹੜੇ ਕੁਰਸੀ ਮਿਲ ਜਾਂਦੀ ਹੈ, ਕੋਈ ਗੱਦੀ ਮਿਲ ਜਾਂਦੀ ਹੈ, ਫਿਰ ਇਸ ਤਰ੍ਹਾਂ ਦੇ ਕਾਨੂੰਨ ਬਣਾ ਲੈਂਦੇ ਆ, ਪਰਜਾ ਨੂੰ ਸੂਲੀ ਟੰਗਦੇ ਆ। ਬੰਦਾ ਤਾਂ ਉਹੀ ਹੈ। ਫਿਰ ਉਹ ਮਾਂ ਦੇ ਆਟੇ ਮੂੰਹ ਇੰਨਾ ਆਕੜ ਜਾਂਦੇ ਆ ਕਿ ਇਹਦੀ ਸੁਣਨੇ ਨੂੰ ਹੀ ਤਿਆਰ ਨਹੀਂ। ਫਿਰ ਪਰਜਾ ਦੇ ਉੱਤੇ ਅੰਨੇ ਤਸ਼ੱਦਦ ਕਰਦੇ ਆ, ਜ਼ੁਲਮ ਕਰਦੇ ਆ। ਬੰਦਾ ਉਹੀ ਸੀ ਕੱਲ੍ਹ ਜਿਹੜਾ ਉਹ ਗਲੀ ਘਰੋਂ ਘਰੀ ਤੁਰਿਆ ਫਿਰਦਾ ਸੀ। ਅੱਜ ਸੱਤਾ ਸ਼ਕਤੀ ਆ ਗਈ ਹੈ ਅਤੇ ਅੱਜ ਉਹ ਚੰਗੇ ਹੀ ਨਹੀਂ ਲੱਗਦੇ। ਫਿਰ ਜਨਤਾ ਜਨਾਰਦਨ ਦੇ ਉੱਤੇ ਅੰਨੇ ਜ਼ੁਲਮ ਕਰਦੇ ਹੈ। ਇਸ ਵਾਸਤੇ ਪਾਤਸ਼ਾਹ ਦੱਸਦੇ ਆ ਕਿ ਮਨਮੁਖਾਂ ਦੀ ਤਾਂ ਇਹੋ ਜਿਹੀ ਦਸ਼ਾ, ਜਿਹੜੇ ਗੁਰਮੁਖ ਆ ਉਹਨਾਂ ਨੂੰ ਜੇ ਰਾਜ ਸੱਤਾ ਮਿਲ ਵੀ ਜਾਏ, ਉਹ ਪਰਜਾ ਦੇ ਸੇਵਾਦਾਰ ਬਣ ਕੇ ਚੱਲਦੇ। ਮਹਾਰਾਜਾ ਰਘੂ ਦੇ ਪ੍ਰਸੰਗ ਕਿ ਉਹ ਰਾਜ ਕਰ ਰਹੇ ਸੀ, ਧੋਬੀ ਤੇ ਧੋਬਣ ਝੌਂਪੜੀ 'ਚ ਬੈਠੇ ਗੱਲਾਂ ਕਰਦੇ ਆ। ਸਾਡੀ ਕਾਹਦੀ ਜੀਵਨੀ ਆ? ਲੋਕਾਂ ਦੀ ਮੈਲ ਧੋਂਦੇ ਰਹਿੰਦੇ ਆ। ਸ਼ਾਮ ਨੂੰ ਮਜ਼ਦੂਰੀ ਉਨੀ ਕੁ ਮਿਲਦੀ ਹੈ ਜਿਨ੍ਹਾਂ ਨੂੰ ਅਸੀਂ ਗੁਜ਼ਾਰਾ ਚੱਲਦਾ। ਅਤੇ ਦੇਖੋ ਮਹਾਰਾਜਾ ਰਘੂ ਮੌਜਾਂ 'ਚ ਆ, ਮਹਿਲਾਂ 'ਚ ਰਹਿੰਦੇ ਆ, ਬੜਾ ਸੁੱਖ ਆਨੰਦ ਆ। ਉਹ ਰਾਜੇ ਲੋਕ ਫਿਰ ਨਾ ਭੇਸ ਬਦਲ ਕੇ ਉਹਨੂੰ ਵੀਰ ਯਾਤਰਾ ਕਹਿੰਦੇ ਸੀ, ਦੇਖਦੇ ਸੀ ਮੇਰੇ ਰਾਜ ਵਿੱਚ ਪਰਜਾ ਦੁਖੀ ਤਾਂ ਨਹੀਂ ਹੈ, ਫਿਰ ਉਹਦਾ ਦੁੱਖ ਦੂਰ ਕਰਦੇ ਸੀ। ਅਤੇ ਮਹਾਰਾਜਾ ਰਘੂ ਘੁੰਮ ਰਹੇ ਸੀ, ਉਹਨਾਂ ਨੇ ਉਹ ਸੁਣਿਆ, ਸਵੇਰੇ ਬੁਲਾ ਲਿਆ। ਅੱਛਾ, ਗਰੀਬ ਆਦਮੀ ਚਾਰ ਚੁਫੇਰੇ ਡਰਦਾ ਵੀ ਪਤਾ ਨਹੀਂ ਕਿਹਨੇ ਸਾਡੀ ਸ਼ਿਕਾਇਤ ਕਰਤੀ ਹੈ। ਅਤੇ ਉਹ ਆ ਗਿਆ, ਡਰੀ ਜਾਣ ਕੰਬੀ ਜਾਣ। ਕਹਿੰਦੇ ਡਰੋ ਨਾ, ਕੰਬੋ ਨਾ, ਜੋ ਰਾਤ ਝੌਂਪੜੀ ਦੀ ਗੱਲਾਂ ਕਰਦੇ ਸੀ ਉਹ ਦੱਸੋ। ਉਹਦਾ ਹੋਰ ਵਿਚਾਰੇ ਡਰ ਗਿਆ ਕਿ ਇਹਦਾ CID ਪੂਰੀ ਕਿਸੇ ਨੇ ਦਿੱਤੀ ਹੈ ਵੀ ਸਾਨੂੰ ਸਜ਼ਾ ਮਿਲੇਗੀ। ਉਹ ਕਹਿੰਦੇ ਡਰਨ ਦੀ ਲੋੜ, ਉਹ ਦੱਸੋ। ਦੱਸਣਾ ਪੈਣਾ ਸੀ। ਦੱਸਿਆ ਮਹਾਰਾਜ ਵੀ ਆਹ ਗੱਲ ਸੀ। ਉਹਨਾਂ ਨੇ ਮਹਿਲਾਂ ਦੀਆਂ ਚਾਬੀਆਂ ਫੜਾਤੀਆਂ ਅਤੇ ਆਪ ਮਹਾਰਾਜਾ ਰਘੂ ਸਾਰੀ ਜ਼ਿੰਦਗੀ ਉਸ ਝੌਂਪੜੀ ਵਿੱਚ ਰਹੇ। ਝੌਂਪੜੀ 'ਚ ਬਹਿ ਕੇ ਰਾਜ ਸੱਤਾ ਦਾ ਸਾਰਾ ਕੰਮ ਕਰਦੇ ਰਹੇ। ਇਹ ਆ ਰਾਮ ਰਾਜ। ਅੱਜ ਹੁਣ ਤੁਸੀਂ ਅੱਖਾਂ ਨਾਲ ਦੇਖਦੇ ਹੀ ਆ ਜੋ ਕੁਝ ਹੋ ਰਿਹਾ ਹੈ, ਜਿਸ ਤਰ੍ਹਾਂ ਦਾ ਵਾਤਾਵਰਨ ਬਣਿਆ ਹੋਇਆ ਹੈ। ਅਤੇ ਕਹਿੰਦੇ ਉਹ ਵੀ ਲੋਕ ਆ ਵੀ ਸਾਡਾ ਰਾਮ ਰਾਜ ਹੈ। ਜਦੋਂ ਵਿਆਖਿਆ ਕਰਦੇ ਆ ਉਹ ਉਦੋਂ ਤਾਂ ਕਹਿਣਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਸਾਡਾ ਰਾਜ ਹੈ। ਪਰ ਉਹ ਤਾਂ ਹੁਣ ਪਰਜਾ ਵੀ ਇੰਨੀ ਨਿਆਣੀ ਨਹੀਂ ਰਹਿ ਗਈ। ਲੋਕ ਪੜ੍ਹੇ ਲਿਖੇ ਸਿਆਣੇ ਆ, ਉਹ ਸਮਝਦੇ ਆ ਵੀ ਕਿਹੋ ਜਿਹਾ ਰਾਮ ਰਾਜ ਕਰ ਰਹੇ ਆ। ਸੋ ਇਸ ਵਾਸਤੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ
ਕਿਰਪਾ ਕਰਕੇ ਮਨਮੁਖ ਔਰ ਗੁਰਮੁਖ ਦਾ ਅੰਤਰ ਸਾਰਾ ਦੇ ਰਹੇ ਹਨ। ਹਉ ਮੈਂ ਮਾਇਆ ਰੋਗ ਵਿਆਪੇ। ਐਸੇ ਜਿਹੜੇ ਲੋਕ ਆ, ਜਦੋਂ ਮਾਇਆ ਪਦਾਰਥ ਕੁਰਸੀ ਆ ਜਾਂਦੀ ਹੈ, ਫਿਰ ਹਉਮੈ ਹੰਕਾਰ ਰੂਪੀ ਰੋਗ ਉਹਨਾਂ ਨੂੰ ਚਿੰਬੜ ਜਾਂਦਾ, ਵਿਆਪ ਜਾਂਦਾ ਹੈ। ਮਾਰ ਜਨਮ ਹੈ ਦੁਖ ਹੋਈ RAM। ਪਰ ਫਿਰ ਇਹ ਜਿਹੇ ਲੋਕ ਮਰਦੇ ਆ, ਜੰਮਦੇ ਆ, ਅਨੇਕ ਪ੍ਰਕਾਰ ਦੇ ਇਹਨਾਂ ਨੂੰ ਦੁੱਖ ਭੋਗਣੇ ਪੈਂਦੇ ਆ। ਹੁਣ ਉਹ ਨੌਕ ਰਾਜਾ ਸੀ ਨਾ, ਉਹ ਜਗ ਜੋ ਕਰਕੇ ਸਵਰਗ ਵਿੱਚ ਚਲੇ ਗਿਆ, ਤੇ ਜਿਹੜੀ ਇੰਦਰਾਣੀ ਸੱਚੀ ਸੀ ਉਹਨੂੰ ਕਹਿਣ ਲੱਗਾ, ਮੈਂ ਹੁਣ ਸਵਰਗ ਦਾ ਰਾਜਾ ਹਾਂ, ਤੂੰ ਮੈਨੂੰ ਆਪਣਾ ਪਤੀ ਮੰਨਣਾ ਕਰ। ਹੁਣ ਜਿਹੜੀ ਪਤੀ ਵਰਤਾ ਇਸਤਰੀ ਹੈ, ਉਹ ਆਪਣਾ ਵਰਤ ਕਿਵੇਂ ਤਿਆਗ ਸਕਦੀ? ਉਸਨੇ ਕਿਹਾ ਵੀ ਹੁਣ ਇਹ ਜ਼ਾਲਮ ਹੈ, ਇਹਦੀ ਬੁੱਧੀ ਭ੍ਰਿਸ਼ਟੀ ਹੋਈ ਹੈ, ਕਿ ਕਿਸ ਤਰ੍ਹਾਂ ਹੁਣ ਆਪਣਾ ਧਰਮ ਕਰਮ ਬਚਾਵਾਂ। ਉਦੋਂ ਫਿਰ ਬੰਦਾ ਗੁਰੂ ਦਾ ਆਸਰਾ ਲੈਂਦਾ, ਜਦੋਂ ਕੋਈ ਰਸਤਾ ਨਾ ਮਿਲੇ, ਕਿਸੇ ਪਾਸੇ ਖੈਰ ਨਾ ਪਏ, ਢੋਈ ਨਾ ਮਿਲੇ, ਫਿਰ ਗੁਰੂ ਦਾ ਸਹਾਰਾ ਲਏਗਾ। ਆਪਣੀ ਚਤਰਾਈ ਕਈ ਵਾਰੀ ਫੇਲ ਹੋ ਜਾਂਦੀ ਹੈ। ਉਹ ਗੁਰੂ ਬ੍ਰਹਸਪਤੀ ਦੇ ਪਾਸ ਗਏ ਤੇ ਮਹਾਰਾਜ ਆ ਬਿਵਤਾ ਬਣ ਗਈ ਹੈ, ਕਿ ਹੁਣ ਕਿਰਪਾ ਕਰੋ। ਉਹ ਕਹਿੰਦੇ ਤੂੰ ਉਹਨੂੰ ਕਹਿ ਕਿ ਮੈਂ ਤੈਨੂੰ ਪਤੀ ਮੰਨਣ ਨੂੰ ਤਿਆਰ ਹਾਂ, ਪਰ ਸਵਰਗ ਦੀ ਮਰਜ਼ਾਦਾ ਇਹ ਹੈ ਕਿ ਜਿਹੜਾ ਰਾਜਾ ਨਾ, ਉਹ ਜਿਹੜੇ 4 ਬ੍ਰਹਮਾ ਜੀ ਦੇ ਮਾਨਸੀ ਪੁੱਤਰ ਆ, ਸਨਕ, ਸਨਤਨ, ਸਨਾਤਨ ਤੇ ਸੰਤ ਕੁਮਾਰ, ਇਹ ਬਾਲ ਬ੍ਰਹਮਚਾਰੀ, ਪਹਿਲਾਂ ਇਹਨਾਂ ਨੂੰ ਬ੍ਰਹਮੇ ਨੇ ਪੈਦਾ ਕੀਤਾ ਸੀ। ਇਹਨਾਂ ਨੂੰ ਕਿਹਾ ਸ੍ਰਿਸ਼ਟੀ ਦਾ ਵਾਧਾ ਕਰੋ। ਉਹ ਕਹਿੰਦੇ ਨਹੀਂ, ਅਸੀਂ ਤਾਂ ਭਜਨ ਕਰਕੇ ਪਰਮਾਤਮਾ 'ਚ ਅਭੇਦ ਅਵਸਥਾ ਪ੍ਰਾਪਤ ਕਰਨੀ। ਇਹ ਫਿਰ ਸੰਤ ਸੀਗੇ, ਇਹਨਾਂ ਤੋਂ ਸੰਤ ਮਾਰਗ ਦਾ ਆਰੰਭ ਹੋਇਆ। ਫਿਰ ਬ੍ਰਹਮੇ ਨੇ ਖੱਬੀ ਬਾਂਹ 'ਚੋਂ ਸਤਰੂਪਾ ਸੱਜੀ ਜੋ ਸ਼ੰਭੂ ਮਨ ਪੈਦਾ ਕਰਕੇ ਅੱਜ ਜਿੰਨੀ ਬਿੰਦੀ ਸ੍ਰਿਸ਼ਟੀ ਹੈ, ਇਹ ਸਾਰੀ ਪੈਦਾ ਕੀਤੀ ਹੈ। ਇਹ ਨਾਦੀ ਸ੍ਰਿਸ਼ਟੀ ਵਿੱਚ ਹੈ। ਸਨਕ ਸਨੰਦਨ ਸੰਤ ਮਾਰਗ ਜਿਹੜਾ ਅਨਾਦੀ ਹੈ, ਇਹ ਉਹਨਾਂ ਤੋਂ ਆਰੰਭ ਹੋਇਆ। ਸੋ ਇਸ ਵਾਸਤੇ ਕਿ ਉਹਨਾਂ ਦੇ ਮੁੰਡਿਆਂ ਤੇ ਤੂੰ ਪਾਲਕੀ ਚੁਕਾ ਕੇ ਲਿਆ, ਕਿਉਂ ਗੁਰੂ ਜੀ ਦਾ ਇਹ ਸੀ ਵੀ ਜਿਹੜੇ ਹੰਕਾਰਿਆ ਸੰਤਾਂ ਦੇ ਮੁੰਡਿਆਂ ਦੀ ਪਾਲਕੀ ਜਗ੍ਹਾ ਉੱਤੇ ਬੈਠੇਗਾ, ਉਹਨਾਂ ਦੀ ਬੇਅਦਬੀ ਨਾਲ ਇਹਦੇ ਪੁੰਨ ਨਾਸ ਹੋ ਜਾਣਗੇ, ਆਪੇ ਮਰੇਗਾ ਇਹ। ਕਿਉਂਕਿ ਜਿਹੜੇ ਭਜਨ ਵਾਲੇ ਤੇ ਕੋਈ ਜ਼ੁਲਮ ਕਰੇਗਾ ਤੇ ਭਗਵਾਨ ਵੀ ਬਰਦਾਸ਼ਤ ਨਹੀਂ ਨਾ ਕਰਦਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੈ ਸੁਖੀ। ਰੋਜ਼ ਚੌਪਈ ਪੜ੍ਹਦੇ ਆ ਤੇ ਫਿਰ ਵੀ ਕਈਆਂ ਨੂੰ ਅਲਰਜੀ ਬੜੀ ਹੁੰਦੀ ਹੈ। ਉਹ ਸਾਧ ਸੰਗ ਜੀ ਹੁਣ ਹੰਕਾਰਿਆ ਸੀ, ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ, ਉਹਨਾਂ ਮਹਾਂਪੁਰਖਾਂ ਨੂੰ ਬੁਲਾ ਕੇ ਪਾਲਕੀ ਰਖਾ ਲਈ ਤੇ ਉੱਤੇ ਬਹਿ ਗਿਆ। ਉਹ ਹੁਣ ਵਿਚਾਰੇ ਕਿਹੜਾ ਘਾਰ ਪੁਣਾ ਕਰਦੇ ਸੀ, ਉਹ ਤਾਂ ਬੰਦਗੀ ਵਾਲੇ ਸੀ। ਕਦੀ ਉਹ ਪੈਰ ਥੱਲੇ ਚੱਲ ਜਾ, ਕਦੀ ਉੱਤੇ ਹੋ ਜਾਏ, ਉਹ ਡਿੱਕੋ ਡੋਲੇ ਜਾ ਖਾਏ ਹੈਂ। ਉਹਦੇ ਅੰਦਰ ਹੁਣ ਉਹ ਅੱਗ ਪੈਦਾ ਹੋਈ ਸੀ ਮਾੜੀ, ਤੇ ਛੇਤੀ ਚਲੋ ਸਰਪ ਉਹ ਸੰਸਕ੍ਰਿਤ ਸਰਪ ਕਹਿੰਦੇ ਛੇਤੀ ਛੇਤੀ, ਉਹ ਕਹਿੰਦੇ ਸਾਨੂੰ ਸੱਪ ਕਹਿੰਦਾ ਤੂੰ ਹੀ ਸੱਪ ਬਣ ਜਾ। ਉਹ ਕਹਿੰਦੇ ਨੌਕ ਰਾਜਾ ਜਿਹੜਾ ਸੀ ਸੱਪ ਬਣ ਕੇ ਤਾਂਬੇ ਦੀ ਧਰਤੀ ਜਿੱਥੇ ਸਿਖਰ ਦੁਪਹਿਰ ਦਾ ਸੂਰਜ ਤਪਦਾ ਉੱਥੇ ਡਿੱਗਿਆ। ਤੇ ਤਸਕਰ ਜੋ ਨਾਮ ਨਾ ਲੇਵੈ ਪਾਸੈ ਕੋਟ 85, 49 ਕਰੋੜ ਯੋਜਨ ਧਰਤੀ ਦਾ ਵਿਸਥਾਰ ਆ। ਪਜਾਮਾ ਜਿਹੜਾ ਤਾਂਬੇ ਦੀ ਧਰਤੀ ਜਿੱਥੇ ਸਿਖਰ ਦੁਪਹਿਰ ਦਾ ਸੂਰਜ, ਨਰਕੀ ਲੋਕ ਸੜਦੇ ਆ। ਸੋ ਇਸ ਵਾਸਤੇ ਫਿਰ ਕਹਿੰਦੇ ਉਹ ਜਿਹੜੇ ਹਉਮੈ ਕਰਨ ਵਾਲੇ ਲੋਕ ਇਸ ਤਰ੍ਹਾਂ ਦੇ, ਇਹਨਾਂ ਦੀ ਐਸੀ ਦੁਰਦਸ਼ਾ ਹੁੰਦੀ ਹੈ। ਮਾਰ ਜਨਮ ਹੈ ਦੁੱਖ ਹੋਈ। ਹਾਂ, ਮਰਦੇ ਆ, ਜੰਮਦੇ ਆ। ਫਿਰ ਇਸ ਤਰ੍ਹਾਂ ਦੇ ਇਹਨਾਂ ਲੋਕਾਂ ਨੂੰ ਅਨੇਕ ਪ੍ਰਕਾਰ ਦੇ ਦੁੱਖ ਜਿਹੜੇ ਭੋਗਣੇ ਪੈਂਦੇ। ਜੇ ਇਹ ਚੇਤੇ ਰੱਖਣ ਫਿਰ ਤਾਂ ਜ਼ੁਲਮ ਕਰਨੇ ਹੀ ਨਾ ਪਰ ਜਾਤੇ, ਪਰ ਭੁੱਲ ਜਾਂਦੇ ਹਨ। ਜਦੋਂ ਕੋਈ ਸੱਤਾ ਮਿਲ ਜਾਂਦੀ ਹੈ ਕਿਸੇ ਪੁੰਨ ਵਿਸ਼ੇਸ਼ ਨਾਲ, ਫਿਰ ਉਹ ਹੰਕਾਰ ਦੀ ਜ਼ਹਿਰ ਅੰਦਰ ਪੈਦਾ ਹੋ ਜਾਂਦੀ ਹੈ, ਤੇ ਜ਼ਹਿਰ ਅੰਦਰ ਜਾਏਗੀ ਉਹ ਬੁੱਧੀ ਨੂੰ ਵੀ ਸਰੀਰ ਨੂੰ ਵੀ ਵਿਗਾੜ ਦਿੰਦੀ ਹੈ। ਉਹ ਵਿਗੜਿਆ ਬੰਦਾ ਫਿਰ
ਸਿੱਧਾ ਕੰਮ ਕੋਈ ਕਰਦਾ ਹੀ ਨਹੀਂ ਹੁੰਦਾ। ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਦੂਜੇ ਭਾਏ ਪਰਜ ਵਿਗੋਈ। ਹਾਂ, ਦੂਜੇ ਭਾਵ ਵਿੱਚ ਲੱਗੀ ਹੋਈ ਪਰਜਾ ਜਿਹੜੀ ਵਗੋਈ ਖਰਾਬ ਹੁੰਦੀ ਹੈ। ਵਿਣ ਗੁਰ ਤਤ ਨਾ ਜਾਣਿਆ। ਬਿਨਾਂ ਗੁਰੂ ਤੋਂ ਤਤ ਵਸਤੂ ਗਿਆਨ ਦਾ ਵਿਚਾਰ ਨਹੀਂ ਜਾਣਿਆ ਜਾਂਦਾ। ਸਹੀ ਰਸਤਾ ਸਹੀ ਸੇ ਤਾਂ ਗੁਰੂ ਨੇ ਦੇਣੀ ਹੈ। ਜਿਹੜਾ ਨੂਰਾ ਆਦਮੀ ਆ ਗੱਲਾਂ ਗੁੱਲਾਂ ਤਾਂ ਬਹੁਤ ਜਾਣਦਾ ਹੁੰਦਾ, ਪਰ ਉਹਦੇ ਸਾਰੇ ਕੰਮ ਕਲਛਣੇ ਹੁੰਦੇ ਆ, ਕੋਈ ਸਿੱਧਾ ਕੰਮ ਨਹੀਂ ਹੁੰਦਾ। ਇਸ ਵਾਸਤੇ ਗੁਰੂ ਤੋਂ ਬਿਨਾਂ ਸਹੀ ਰਸਤਾ ਜਿਹੜਾ ਉਹਦੀ ਦਿਸ਼ਾ ਨਹੀਂ ਮਿਲਦੀ ਹੈ। ਭਗਤ ਵਿਹੂਣਾ ਸਭ ਜਗ ਭਰਮਿਆ। ਜਿਹੜਾ ਭਗਤੋਂ ਤੋਂ ਵਿਹੂਣਾ ਬੰਦਾ ਉਹ ਸਾਰੇ ਸੰਸਾਰ ਵਿੱਚ ਘਟੀ ਯੰਤਰ ਦੀ ਨਹੀਂ ਘੁੰਮਦਾ, ਉਹਨੂੰ ਕਿਤੇ ਚੈਨ ਨਹੀਂ ਆਉਂਦੀ, ਭਟਕਦਾ ਹੀ ਫਿਰਦਾ। ਆ ਕਈ ਆ ਜਾਣਗੇ, ਬਾਬਾ ਜੀ ਸਾਨੂੰ ਦਿਨ ਰਾਤ ਚੈਨ ਹੀ ਹੈ ਨਹੀਂ, ਬੜਾ ਘੁੰਮ ਘੁੰਮ ਕੇ ਥੱਕ ਗਏ ਆ, ਕਦੀ ਕਿਸੇ ਦੁਆਰੇ ਫਿਰਦੇ ਆ, ਕਦੀ ਕਿਸੇ ਦੁਆਰੇ ਫਿਰਦੇ ਆ, ਬਸ ਦਿਨ ਰਾਤ ਜੀ ਚੈਨ ਨਹੀਂ ਹੈ। ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਅੰਤ ਗਿਆ ਪਛਤਾਨਿਆ। ਅੰਤ ਨੂੰ ਸੰਸਾਰ ਤੇ ਕੰਮ ਜੋ ਪੁੱਠੇ ਕਰਦਾ ਰਿਹਾ, ਪਛਤਾਪ ਕਰਦਾ ਹੀ ਤੁਰ ਜਾਂਦਾ। ਕਿਉਂ? ਚੰਗਾ ਕੰਮ ਤਾਂ ਕੀਤਾ ਹੀ ਨਹੀਂ। ਜੀਂਦਾ ਵੀ ਸੜਦਾ ਬਲਦਾ ਹੀ ਰਿਹਾ, ਤੇ ਮਰ ਕੇ ਵੀ ਫਿਰ ਪਛਤਾਪ ਵੀ ਮਨੁੱਖ ਜਨਮ ਮਿਲਿਆ ਵੀ ਕੋਈ ਲਾਹਾ ਨਾ ਖਟਿਆ। ਸਾਰੀ ਜ਼ਿੰਦਗੀ ਬੁਰਾਈ ਦੇ ਵਿੱਚ ਹੀ ਜੀਵਨ ਬਰਬਾਦ ਕਰ ਲਿਆ। ਪਛਤਾਪ ਕਰਦਾ ਹੋਇਆ ਜਾਂਦਾ ਹੈ। ਅੰਦਰ ਮਹਿਲਾਂ ਕੇ ਤੂੰ ਬੈਠਾ ਹੈ ਜਾਏ, ਹਰਮਾਂ ਸੇ ਖੇਲੇ ਖੁਸ਼ਬੂਈ ਹਵਾਏ। ਇਸ ਤਰ੍ਹਾਂ ਦੀ ਹਾਲਤ ਇਹਨਾਂ ਲੋਕਾਂ ਦੀ ਹੁੰਦੀ ਹੈ। ਕੋਟ ਮੱਧੇ ਕਿਨੈ ਪਛਾਣਿਆ। ਕਰੋੜਾਂ ਵਿੱਚੋਂ ਕੋਈ ਹੈ ਜਿਹਨੂੰ ਗੁਰੂ ਦਾ ਆਸਰਾ ਲੈ ਕੇ, ਸਮੱਤ ਲੈ ਕੇ, ਉਸ ਨਿਰੰਕਾਰ ਦੀ ਜਾਣਕਾਰੀ ਲਈ ਕਥਾ ਪ੍ਰਸੰਗਾਂ ਦੁਆਰਾ, ਫਿਰ ਨਾਮ ਦਾ ਅਭਿਆਸ ਕਰਕੇ, ਆਪਣਾ ਵਿਸ਼ੁੱਧ ਕਰਕੇ, ਆਪਣੇ ਸਵੈੰ ਸਰੂਪ ਉਸ ਕਰਤੇ ਪੁਰਖ ਨੂੰ ਪਛਾਣਿਆ ਹੈ। ਹਰ ਨਾਮਾ ਸੱਚ ਸੋਈ। ਹਾਂਜੀ, ਹਰ ਨਾਮਾ ਸੱਚ ਸੋਈ। ਹਰੀ ਦਾ ਨਾਮ ਜਿਹੜਾ ਉਹ ਹੀ ਸੱਚਾ ਆ, ਉਹੀ ਸੋਭਾ ਵਾਲਾ। ਤੇ ਜਿਹੜੇ ਕਮਾਈ ਕਰਦੇ ਆ, ਤਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਆ ਹੁਣ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਉਹ ਸਮਾ ਗਏ ਤੇ ਆਪਣੇ 11 ਤਰੀਕ ਨੂੰ ਉਹਨਾਂ ਦਾ ਦੁਸਹਿਰਾ ਸੀ। ਸਾਰੀ ਜ਼ਿੰਦਗੀ ਤਿਆਗ ਵਿਰਾਗ, ਨਾਮ ਬਾਣੀ ਦਾ ਅਭਿਆਸ, ਬ੍ਰਹਮ ਵਿਦਿਆ ਦਾ ਅਧਿਐਨ ਕਰਾਉਣਾ। ਤੇ ਹੁਣ ਦੇਖੋ ਗਏ ਆ ਉਹਨਾਂ ਦੇ ਇਸ ਪੁਰਬ ਦੇ ਉੱਤੇ, ਸਾਰਾ ਵਿਦਿਆਰਥੀ ਮੰਡਲੀ ਬੈਠਾ ਸੀ, ਗਿਆਨੀ ਧਿਆਨੀ। ਉਹ ਵਿੱਚ ਹੁੰਦਾ ਜੀ ਘਾਟਾ ਪਿਆ। ਮੈਂ ਕਿਹਾ ਮਹਾਂਪੁਰਖ ਤਾਂ ਇੰਨਾ ਵਾਧਾ ਕਰ ਗਏ, ਜਨ ਦੀਪਕ ਤੇ ਦੀਪ ਜਗਾਓ। ਜਿਵੇਂ ਇੱਕ ਬਲਦਾ ਦੀਵਾ ਕਿੰਨੇ ਦੀਵੇ ਬਾਲ ਜਾਂਦਾ, ਉਹ ਕਿੰਨੇ ਆ ਗੁਰਮੁਖ ਪੈਦਾ ਕਰ ਗਏ। ਸੰਗਤ ਜਿਹੜੀ ਸਰੋਤੇ ਆ, ਇਹਨਾਂ ਦਾ ਵੀ ਕਮਾਲ ਦਾ ਜੀਵਨ ਹੈ। ਤੇ ਜਿਨ੍ਹਾਂ ਨੇ ਉਹਨਾਂ ਤੋਂ ਗਿਆਨ ਧਿਆਨ ਲਿਆ, ਨਾਮ ਬਾਣੀ ਦਾ ਅਭਿਆਸ ਕੀਤਾ, ਇੱਕ ਪੁਰਖ ਕਿੰਨੇ ਐਸੇ ਗਿਆਨ ਦੇ ਦੀਵੇ ਪੈਦਾ ਕਰ ਗਏ। ਔਰ ਇਹ ਨਹੀਂ ਕਿ ਪਿੰਡਾਂ ਦੀ ਐਵੇਂ ਕੋਈ ਉੱਠ ਕੇ ਟਰਾਲੀ ਜੋੜੀ ਤੇ ਬੈਠੇ ਹਾਹਾ ਹੂ ਕਰਦੇ ਚਲੇ ਗਏ। ਜਿੰਨੀ ਸੰਗਤ ਸਾਰੀ ਕਿਸੇ ਰੰਗਣ ਵਿੱਚ ਰੰਗੀ ਹੋਈ ਸੀ। ਜਿੱਧਰ ਦੇਖੋ ਐਨ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ, ਚਾਹੇ ਦੀਵਾਨ ਹਾਲ ਵਿੱਚ ਸੰਗਤ ਬੈਠੀ ਹੈ, ਚਾਹੇ ਬਾਹਰ ਬੈਠੀ ਹੈ, ਚਾਹੇ ਕੋਈ ਲੰਗਰ ਦੀ, ਜੋੜਿਆਂ ਦੀ, ਕਾਰਾਂ ਸਕੂਟਰਾਂ ਦੀ ਸੇਵਾ ਸੰਭਾਲ 'ਚ ਖੜੇ ਹੈ, ਚਾਹੇ ਪਹਿਰੇਦਾਰੀ ਹੈ, ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਹੈ, ਕੜਾਹ ਪ੍ਰਸ਼ਾਦ ਦੀ ਸੇਵਾ 'ਚ ਹੈ। ਤੇ ਜਿੰਨੇ ਭਗਤੇ ਹੈ, ਸਰੋਤੇ ਹੈ, ਕਿਸ ਤਰ੍ਹਾਂ ਮਹਾਂਪੁਰਖਾਂ ਦੀ ਸਿੱਖਿਆ ਲੈ ਕੇ ਉਹਨਾਂ ਦੇ ਜੀਵਨ ਜਿਹੜੇ ਕਿਸ ਰੰਗਣ ਵਿੱਚ ਰੰਗੇ ਹੁੰਦੇ। ਹਰ ਨਾਮਾ ਹਰ ਰੰਗ, ਹਰ ਰੰਗ ਮਜੀਠਿਆ ਰੰਗ, ਗੁਰ ਤੁਠਿਆ ਰੰਗ ਚਾੜਿਆ, ਫਿਰ ਬਹੁੜ ਨਾ ਹੋਵੇ ਭਾਉ। ਉਹ ਨਾਮ ਦੀ ਰੰਗਣ ਵਿੱਚ
ਰੰਗੀ ਹੋਈ ਸੰਗਤ ਹੁੰਦੀ ਹੈ, ਜਿਹਨੇ ਕਿਸੇ ਤੱਤ ਵਿੱਚ ਗਿਆਨਵਾਨ ਮਹਾਂਪੁਰਖ ਦਾ ਪਰਛਾਵਾਂ ਲਿਆ, ਸੰਗਤ ਕੀਤੀ, ਉਹਨਾਂ ਸਾਰਿਆਂ ਨੂੰ ਤਾਂ ਬ੍ਰਹਮ ਵਿਦਿਆ ਦਾ ਵਿਚਾਰ ਲਿਆ। ਕੈਸਾ ਸਾਧ ਸੰਗਤ ਜੀ ਮੰਡਲ ਧਰਤੀ ਦੇ ਉੱਤੇ ਹੀ ਉਹ ਸੱਚਖੰਡ ਦਾ ਨਜ਼ਾਰਾ ਬਣ ਜਾਂਦਾ ਹੈ, ਜਿੱਥੇ ਇਹੋ ਜਿਹੇ ਮਹਾਂਪੁਰਖ ਰਹਿੰਦੇ ਆ, ਜਿੱਥੇ ਇੱਕ ਚੰਦਨ ਦਾ, ਬਾਵਨ ਚੰਦਨ ਦਾ ਪੇੜ ਆ, ਉਹਦੀ ਸੁਗੰਧੀ ਦੇ ਨਾਲ ਸਾਰਾ ਜੰਗਲੀ ਚੰਦਨ ਬਣ ਜਾਂਦਾ ਨਾ। ਪਰ ਇਹ ਸੁਗੰਧੀ ਜਿਹੜੀ ਹੈ ਹਵਾ ਦੇ ਨਾਲ ਜਾਂਦੀ ਹੈ, ਜਿੱਧਰ ਦੀ ਹਵਾ ਉੱਧਰ ਨੂੰ ਲੈ ਜਾਂਦੀ ਹੈ। ਪਰ ਜਿਹੜੀ ਮਹਾਂਪੁਰਖਾਂ ਦੀ ਸੁਗੰਧੀ ਹੈ, ਇਹ ਹਵਾ ਤੋਂ ਬਿਨਾਂ ਚਾਰੇ ਦਿਸ਼ਾ ਵਿੱਚ ਫੈਲ ਜਾਂਦੀ ਹੈ। ਨਾਮ ਬਾਣੀ ਦਾ ਅਭਿਆਸ, ਬ੍ਰਹਮ ਵਿਦਿਆ ਦਾ ਕੈਲਸਾ, ਪੂਰੇ 51 ਸਾਲ ਇਹ ਸੇਵਾ ਉਹਨਾਂ ਨੇ ਇਸ ਢੰਗ ਨਾਲ ਨਿਭਾਈ। ਔਰ ਵਿਦਿਆਰਥੀਆਂ ਨੂੰ ਕਿਹਾ ਵੀ ਵਿਦਿਆ ਤੇ ਹੈ ਕਿ ਜਦੋਂ ਸ਼ਬਦ ਦੀ ਕਮਾਈ ਕਰੋਗੇ ਨਾ, ਤੁਹਾਡੇ ਅੰਦਰੋਂ ਫਿਰ ਅਨੁਭਵ ਖੁੱਲ੍ਹ ਜਾਏਗਾ। ਫਿਰ ਜਿਹੜੀ ਅਨੁਭਵ ਤੋਂ ਬਾਅਦ ਕਥਾ ਕਰੋਗੇ, ਉਹਦਾ ਆਪ ਨੂੰ ਵੀ, ਸਰੋਤਿਆਂ ਨੂੰ ਵੀ ਅਲੌਕਿਕ ਆਨੰਦ ਆਵੇਗਾ। ਇਸ ਵਾਸਤੇ ਇਹ ਮਹਾਂਪੁਰਖ ਦੀ ਸੰਗਤ ਦਾ ਫਲ ਹੁੰਦਾ ਹੈ। ਜਦੋਂ ਜਾਈਏ ਫਿਰ ਪਤਾ ਲੱਗਦਾ ਕਿ ਹਾਂ, ਮਹਾਂਪੁਰਖ ਕੀ ਔਰ ਉਹਨਾਂ ਦੀ ਸੰਗਤ ਦਾ ਪ੍ਰਭਾਵ, ਦ੍ਰਿਸ਼ ਕੈਸਾ ਅਲੌਕਿਕ ਹੁੰਦਾ ਹੈ। ਅਤੇ ਜਿਨ੍ਹਾਂ ਨੂੰ ਸਿਨੇਮਿਆਂ ਵਿੱਚ, ਕਲੱਬਾਂ, ਪੱਬਾਂ 'ਚ ਘੁੰਮਣਾ, ਉਹਨਾਂ ਨੂੰ ਕੀ ਪਤਾ ਵੀ ਸੰਤ ਦੀ ਸੰਗਤ ਦਾ ਰਸ ਕੀ ਹੁੰਦਾ। ਇਹ ਤਾਂ ਜਾਈਏ ਫਿਰ ਹੀ ਪਤਾ ਲੱਗਦਾ ਹੈ। ਪਾਤਸ਼ਾਹ ਜੀ ਦੱਸਦੇ ਹਨ, ਕੋਟ ਮੱਧੇ ਕਿਨੈ ਪਛਾਣਿਆ। ਕਰੋੜਾਂ 'ਚੋਂ ਬਿਰਲੇ ਹੀ ਹੈ ਜਿਨ੍ਹਾਂ ਨੇ ਕਮਾਈ ਕੀਤੀ, ਕਮਾਈ ਕਰਕੇ ਉਸ ਨਿਰੰਕਾਰ ਨੂੰ ਪਛਾਣ ਲਿਆ ਹੈ। ਜਰਰੇ ਜਰਰੇ ਵਿੱਚ ਉਹਦੀ ਜੋਤ ਨੂੰ, ਉਹਦੇ ਜਲਵੇ ਨੂੰ ਦੇਖ ਲਿਆ ਹੈ। ਹਰ ਨਾਮਾ ਸੱਚ ਸੋਈ। ਹਰੀ ਦਾ ਨਾਮ ਸੱਚਾ ਹੈ, ਸੋਭਾ ਦੇ ਸਹਿਤ ਹੈ। ਜਿਹੜੇ ਉਹਦੀ ਕਮਾਈ ਕਰਦੇ ਹਨ, ਉਹਨਾਂ 'ਚ ਵੀ ਉਹੀ ਗੁਣ, ਉਹੀ ਬਰਕਤਾਂ ਆ ਜਾਂਦੀਆਂ ਹਨ। ਕਈ ਵਾਰੀ ਕਹਿ ਦਿੰਦੇ ਪ੍ਰੇਮੀ, ਇਹ ਤਾਂ ਰੱਬ ਦਾ ਹੀ ਰੂਪ ਹੈ, ਕਿਉਂਕਿ ਉਹਦੀ ਕਮਾਈ ਕਰਦੇ ਕਰਦੇ ਸ਼ਬਦ ਦੀ ਵਾਕਿਆ ਹੀ ਉਸੇ ਦਾ ਰੂਪ ਬਣ ਜਾਂਦੇ। ਸਾਧ ਪ੍ਰਭੂ ਭੇਦ ਨਾ ਭਾਈ, ਬ੍ਰਹਮ ਗਿਆਨੀ ਕੋ ਖੋਜ ਹੈ ਮੇਸਰ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਐਸੀ ਕਿਰਿਆ ਬਣ ਜਾਂਦੀ ਹੈ। ਨਾਨਕ ਨਾਮ ਮਿਲੈ ਵਡਿਆਈ। ਇਹ ਕਹਿੰਦੇ ਵਡਿਆਈਆਂ ਨਾਮ ਦੀ ਕਮਾਈ ਨਾਲ ਮਿਲਦੀਆਂ, ਗੱਲਾਂ ਨਾਲ ਤਾਂ ਮਿਲਣੀਆਂ ਨਹੀਂ। ਗੱਲੀ ਗਿਆਨ ਨਾਲ ਢੂੰਢੇ ਕਥਨਾ ਕਰੜਾ ਸਾਰ। ਜਿਵੇਂ ਲੋਹਾ ਚੱਬਣਾ ਔਖਾ ਨਾ, ਇਹ ਗੱਲਾਂ ਨਾਲ ਗਿਆਨ ਮਿਲਣਾ ਬੜਾ ਔਖਾ ਹੈ। ਇਹ ਤਾਂ ਕਮਾਈ ਕਰਨੀ ਪੈਂਦੀ ਹੈ। ਔਰ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜਿਹਨੇ ਨਾਮ ਧਿਆਇਆ, ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਸ ਵਾਸਤੇ ਸਾਧ ਸੰਗਤ ਜੀ, ਉਹਨਾਂ ਮਹਾਂਪੁਰਖਾਂ ਦਾ ਸੰਸਾਰ ਤੇ ਆਉਣਾ, ਰਹਿਣਾ, ਜਾਣਾ ਸਾਰਾ ਹੀ ਸਫਲ ਹੈ। ਹਾਥੀ ਜੀਂਦਾ ਕਹਿੰਦੇ ਲੱਖ ਦਾ, ਮਰਿਆ 1.25 ਲੱਖ ਦਾ। ਅਤੇ ਮਹਾਂਪੁਰਖ ਜਿਹੜੇ ਕਮਾਈ ਵਾਲੇ ਆ, ਜਿੰਨਾ ਚਿਰ ਸਰੀਰ ਕਰਕੇ ਉਹਨਾਂ ਦੀ ਸੇਵਾ ਨਿਰੰਕਾਰਨ ਲਾਏ, ਉਹਨਾਂ ਚਿਰ ਵੀ ਆਨੰਦ। ਜਦੋਂ ਜਾਂਦੇ ਆ, ਉਦੋਂ ਵੀ ਆਨੰਦ ਦੀ ਵਰਸ਼ਾ ਕਰਕੇ ਜਾਂਦੇ ਹਨ। ਕੋਟ ਮੱਧੇ ਕਿਨੈ ਪਛਾਣਿਆ। ਕਰੋੜਾਂ 'ਚੋਂ ਬਿਰਲੇ ਆ, ਨਹੀਂ ਤਾਂ ਸਭ ਨੇ ਛਾਲਾਂ ਮਾਰੀਆਂ। ਕਰਤਾ ਕਰੇ ਸੋ ਹੋਏ, ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇ। ਜਿਨ ਕੀ ਲੇਖੈ ਪਤ ਪਵੇ, ਚੰਗੇ ਸੇਈ ਕਿ ਛਾਲਾਂ ਤਾਂ ਸਾਰੇ ਮਾਰਦੇ ਆ। ਘਰ ਘਰ ਤਾਂ ਸਾਰੇ ਮਾਂ ਦੇ ਪੁੱਤ ਸ਼ੀਸ਼ੇ 'ਚ ਫੋਟੋ ਦੇਖ ਕੇ ਕਹਿਣਗੇ ਅਸੀਂ ਦਾਰੇ ਹਾਂ, ਇਹ ਤੋਂ ਘੱਟ ਨਹੀਂ ਪਹਿਲਵਾਨ ਆ। ਇਹ ਤਾਂ ਅਖਾੜੇ 'ਚ ਜਾ ਕੇ ਪਤਾ ਲੱਗਣਾ ਨਾ, ਇਹ ਪਹਿਲਵਾਨ ਕਿਹੜਾ ਹੈ। ਇਹ ਸਿਲਮਿਆਂ ਦੇ ਪਹਿਲਵਾਨ ਨਹੀਂ, ਇਹ ਅਖਾੜੇ 'ਚ ਜਾ ਕੇ ਪਤਾ ਲੱਗਣਾ। ਘਰ ਘਰ ਵਿੱਚ ਤਾਂ ਆਪਣੇ ਆਪ ਨੂੰ ਸਾਰੇ ਸਮਝਦੇ, ਬੜੇ ਜੱਪੀ ਤਪੀ ਤਿਆਗੀ ਵਿਰਾਗੀ, ਅਸੀਂ ਕਿਹੜੇ ਸੰਤਾਂ ਮਹਾਤਮਾ ਨੂੰ ਘੱਟ ਹਾਂ। ਇਹ ਤਾਂ ਜਿਹੜੇ ਅਖਾੜੇ ਵਿੱਚ ਜਾਂਦਾ, ਪ੍ਰੀਖਿਆ ਹੁੰਦੀ, ਫਿਰ ਹੀ ਪਤਾ ਲੱਗਦਾ ਕਿ ਕੌਣ ਕਿੱਥੇ ਖਲੋਤਾ ਹੈ। ਇਹ ਗੱਲਾਂ ਦੀ ਪੜ੍ਹਾਈ ਨਹੀਂ, ਇਹ ਕਮਾਈ ਦਾ ਰਸਤਾ ਹੈ, ਗੁਰੂ ਕੀ ਬਖਸ਼ਿਸ਼ ਦਾ ਰਸਤਾ ਹੈ। ਹਰ ਨਾਮਾ ਸੱਚ ਸੋਈ। ਹਰੀ ਦਾ ਨਾਮ ਸੱਚਾ ਹੈ, ਸੋਭਾ ਸੰਯੁਕਤ। ਜਿਹੜੇ ਇਹਦੀ ਕਮਾਈ ਕਰਦੇ, ਉਹਨਾਂ 'ਚ ਵੀ ਉਹੀ ਗੁਣ ਆ ਜਾਂਦੇ, ਪ੍ਰਗਟ ਹੋ ਜਾਂਦੇ। ਹੁਣ ਦੇਖੋ, ਬਾਵਨ ਚੰਦਨ ਦੀ ਸੰਗਤ ਨਾਲ ਸਾਰਾ ਜੰਗਲ ਚੰਦਨ ਬਣ ਜਾਂਦਾ, ਪਰ ਬਾਂਸ ਨਹੀਂ ਹੁੰਦਾ।
ਬਾਂਸ ਸੁਗੰਧ ਨਾ ਹੋਵੇ। ਕਿਉਂ ਨਹੀਂ ਹੁੰਦਾ? ਉਹ 'ਚ 5 ਦੋਸ਼ ਹੈ। ਇੱਕ ਤਾਂ ਇਹ ਹੈ ਕਿ ਮੇਰੇ ਜਿੰਨਾ ਕੋਈ ਦਰਖਤ ਉੱਚਾ ਨਹੀਂ। ਦੂਸਰਾ ਨੰਬਰ ਵਿੱਚੋਂ ਪੋਲਾ ਆ। ਤੀਸਰਾ ਉਹ 'ਚ ਗੰਢਾਂ ਆ। ਚੌਥਾ ਉਹਦੇ 'ਚ ਸਿਲਤਾਂ ਹੁੰਦੀਆਂ। ਪੰਜਵਾਂ ਕੁੱਲ ਘਾਤੀ ਹੈ। ਜਿਹੜੇ ਬਾਂਸ ਨਾ ਬਾਂਸ ਰਗੜ ਹੁੰਦੇ, ਅੱਗ ਪੈਦਾ ਹੋ ਕੇ ਸਾਰਾ ਜੰਗਲ ਹੀ ਤਬਾਹ ਕਰ ਜਾਂਦਾ। ਔਰ ਜਿਨ੍ਹਾਂ ਮਨੁੱਖਾਂ 'ਚ ਸਾਡੀ ਜਾਤ ਬੜੀ ਉੱਚੀ ਹੈ, ਗਿਆਨ ਤੋਂ ਥੋਥੇ ਖਾਲੀ ਹੈ, ਵਰਨਾਸ਼ਰਮ ਦੀਆਂ ਗੰਢਾਂ ਔਰ ਈਰਖਾ ਦੀਆਂ ਸਿਲਤਾਂ ਹਨ, ਔਰ ਆਪਣਿਆਂ ਦਾ ਨਾਸ ਕਰਨਾ ਕੁੱਲ ਘਾਤੀ ਹੈ। ਇਹੋ ਜਿਹੇ ਬੰਦੇ ਜਿਹੜੇ ਆ ਉਹ ਸੰਗ 'ਚ ਆ ਕੇ ਵੀ ਲਾਭ ਨਹੀਂ ਲੈਂਦੇ ਹਨ। ਨਾਨਕ ਨਾਮ ਮਿਲੈ ਵਡਿਆਈ। ਪਾਤਸ਼ਾਹ ਦੇ ਨਾਮ ਦੀ ਕਮਾਈ ਨਾ ਵਡਿਆਈ ਮਿਲਦੀ ਹੈ। ਤਿਨ ਕੀ ਸੋਭਾ ਸਭਨੀ ਥਾਈ। ਜਿੱਥੇ ਜਾਓ ਉੱਥੇ ਵਡਿਆਈਆਂ, ਉੱਥੇ ਮਹਿਮਾ। ਉਹ ਦਸਤਾਰ ਬੰਦੀ ਸੀ ਅਤੇ ਇੰਨੀਆਂ ਕੁ ਪੱਗਾਂ ਆਈਆਂ, ਭਾਵੇਂ ਟਰੱਕ ਭਰ ਲਓ। ਅਤੇ ਉਹ ਲਿਸਟਾਂ ਇੰਨੀਆਂ ਆ ਗਈਆਂ, ਇੱਕ ਬੜਾ ਸਾਰਾ ਕਿਤਾਬਚਾ ਹੀ ਬਣ ਜਾਵੇ। ਉਹਨਾਂ ਦੇ ਪਿਆਰ ਦੀਆਂ ਗੱਲਾਂ, ਸ਼ਰਧਾ ਦੀਆਂ ਗੱਲਾਂ, ਭਗਤੀ ਦੀਆਂ, ਕਮਾਈ ਵਾਲਿਆਂ 'ਤੇ ਕਿਵੇਂ ਲੋਕ ਆ ਕੇ ਆਪਣੇ ਜੀਵਨ ਨਿਸ਼ਾਵਰ ਕਰਦੇ ਹਨ, ਇਸ ਵਾਸਤੇ ਪਾਤਸ਼ਾਹ ਦੱਸਦੇ ਹਨ। ਦੂਜੇ ਭਾਏ ਪਤ ਖੋਈ। ਜਿਹੜੇ ਦਵੈਸ਼ ਭਾਵ 'ਚ ਲੱਗੇ ਆ ਉਹ ਨਹੀਂ ਪਤ ਖੋਈ। ਉਹਨਾਂ ਦੇ ਥਾਂ ਥਾਂ ਆ ਬੁੱਤ ਰੋਜ਼ ਫੂਕਦੇ ਹਨ। ਕੀ ਕੁਛ ਹੁੰਦਾ? ਉਹ ਰਾਵਣ ਦਾ ਤਾਂ ਸਾਲ ਪਿੱਛੋਂ ਇਹਨਾਂ ਦੇ ਆ ਰੋਜ਼ ਹੀ ਫੂਕ ਹੁੰਦੇ ਆ। ਦਵੈਸ਼ ਭਾਵ 'ਚ ਲੱਗੇ ਹੋਏ ਆ। ਪ੍ਰਜਾ ਵਿੱਚ ਏਕਤਾ ਨਹੀਂ ਦੇਖਦੇ, ਅਨੇਕਤਾ ਵਿੱਚ ਏਕਤਾ ਨਹੀਂ ਨਾ ਦੇਖਦੇ। ਦਵੈਸ਼ ਭਾਵਨਾ, ਈਰਖਾ ਭਾਵਨਾ, ਆਪਣਾ ਜ਼ੋਰ ਅਜਮਾਈ ਕਰਦੇ ਆ। ਸੋ ਇਸ ਵਾਸਤੇ ਸਾਰੇ ਦੂਜੇ ਭਾਵ 'ਚ ਲੱਗਿਆਂ ਨੇ ਆਪਣੀ ਇੱਜ਼ਤ ਜੀਂਦਿਆਂ ਹੀ ਬਰਬਾਦ ਕਰ ਲਈ ਆ, ਅਤੇ ਮਰ ਕੇ ਵੀ ਸਿਰ ਸੁਆਹੇ ਪੈਣੀ। ਇਹੀ ਹਾਲ ਹੁੰਦਾ ਹੈ। ਭਗਤਾਂ ਕੈ ਘਰ ਕਾਰਜ ਸਾਚਾ। ਭਗਤਾਂ ਦੇ ਘਰ ਦੇ ਵਿੱਚ ਜਿੰਨਾ ਉਹ ਕਾਰਜ ਕਰਮ ਕਰਦੇ ਆ, ਉਹ ਸੱਚੇ ਨੂੰ ਮੁੱਖ ਰੱਖ ਕੇ ਕਰਦੇ ਆ। ਉੱਥੇ ਹੇਰਾ ਫੇਰੀ, ਧੋਖੇ ਧੜੀ ਕੋਈ ਇਸ ਤਰ੍ਹਾਂ ਦਾ ਨਹੀਂ। ਸਾਰੇ ਕੰਮ ਉਹਨਾਂ ਦੇ ਬੜੇ ਸਚਿਆਰ ਸ੍ਰੇਸ਼ਟ ਹੁੰਦੇ ਹਨ। ਹਰ ਗੁਣ ਸਦਾ ਵਖਾਣੇ ਰਾਮ। ਉਹ ਰਮਿਆ ਹੋਇਆ ਰਾਮ ਨੂੰ ਸਾਖੀ ਚੇਤਨ ਜਾਣ ਕੇ ਹਰੀ ਪਰਮਾਤਮਾ ਦੇ ਜਿਹੜੇ ਗੁਣ ਹਨ ਉਹਨਾਂ ਦਾ ਬਖਿਆਨ ਕਰਦੇ। ਉਹ ਐਵੇਂ ਲੋਕਾਂ ਦੀ ਲੋਲੋ ਪੋਚੋ ਝੂਠੀ ਚਾਪਲੋਸੀ ਨਹੀਂ ਕਰਦੇ। ਆਹ ਜਿਹੜੇ ਚਮਚੇ ਆ ਨਾ, ਇਹ ਲੀਡਰਾਂ ਦੇ ਦੁਆਲੇ ਇਸ ਤਰ੍ਹਾਂ ਦਾ ਹਾਲ ਹੁੰਦਾ। ਉਹਨਾਂ ਨੂੰ ਇੰਨੀ ਫੂਕ ਦੇ ਦੇਣੀ ਕਿ ਉਹ ਫਿਰ ਬੁਰਾਈ ਨੂੰ ਚੰਗਿਆਈ ਸਮਝ ਕੇ ਤੁਰੇ ਜਾਂਦੇ ਆ ਅਤੇ ਭੁੱਲ ਜਾਂਦੇ ਆ। ਉਹ ਜਿਹੜੇ ਆਲੇ ਦੁਆਲੇ ਹੁੰਦੇ ਆ ਟੁੱਕੜ ਬੋਚ ਲੋਕ, ਪਰ ਜਿਹੜੇ ਗੁਰਮੁਖ ਪਿਆਰੇ ਆ ਉਹ ਇਹੋ ਜਿਹੀ ਵਿਡੰਬਨੀ ਕਿਰਿਆ ਤੋਂ ਦੂਰ ਰਹਿੰਦੇ ਆ। ਉਹ ਸਚਾਈ ਦਾ ਆਸਰਾ ਲੈਂਦੇ ਹਨ, ਧਰਮ ਔਰ ਕਰਮ ਦਾ। ਇਸ ਵਾਸਤੇ ਐਸਾ ਉਹਨਾਂ ਦਾ ਵਿਲੱਖਣ ਜੀਵਨ ਹੁੰਦਾ ਹੈ। ਭਗਤ ਖਜ਼ਾਨਾ ਆਪੇ ਦੀਆ। ਨਿਰੰਕਾਰ ਉਹਨਾਂ ਦੀ ਕਰਨੀ ਕੀਰਤੀ ਦੇਖ ਕੇ ਭਗਤੀ ਦਾ ਖਜ਼ਾਨਾ ਦੇ ਦਿੰਦੇ ਆ। ਉਹ ਕੋਈ ਮੁੱਕਣ ਵਾਲਾ ਥੋੜ੍ਹੀ, ਉਹ ਤਾਂ ਮੁੱਕਦਾ ਹੀ ਨਹੀਂ ਹੈ। ਧੰਨ ਧੰਨ ਬਾਬਾ ਵੀਰ ਸਿੰਘ ਜੀ ਮਹਾਰਾਜ, ਬਾਬਾ ਸਾਹਿਬ ਬੇਦੀ ਕਹਿੰਦੇ ਜਾ ਚਲੇ ਜਾ, ਅੱਖੜ ਮਾਝੇ ਨੂੰ ਨੱਥ ਪਾਏਗਾ, ਲੰਗਰ ਚਲਾ ਜਾ ਕੇ। ਕਹਿੰਦੇ ਮਹਾਰਾਜ ਮੈਂ ਕੌਣ ਹਾਂ ਗੁਰੂ ਨਾਨਕ ਲੰਗਰ ਚਲਾਵਾਂ? ਕਹਿੰਦੇ ਬਸ ਤੁਸੀਂ ਬੈਠੇ ਹਰੀ ਹਰ ਕਰੀ ਜਾਇਓ, ਜਿਹਦਾ ਲੰਗਰ ਆਪੇ ਹੀ ਚਲਾਈ ਜਾਓ। ਅਤੇ ਦੇ ਲਓ 700 ਮਣ ਆਟਾ, 280 ਮਣ ਦਾਲ, 7 ਮਣ ਲੂਣ ਲੰਗਰ ਵਿੱਚ ਰੋਜ਼ਾਨਾ। ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਸਮੇਤ ਫੌਜਾਂ ਆਉਂਦੇ ਸੀ ਦਰਸ਼ਨ ਕਰਨ, ਪਰ ਕਦੀ ਨਵਾਂ ਨਹੀਂ ਸੀ ਤਿਆਰ ਕੀਤਾ, ਉਹੀ ਨਹੀਂ ਸੀ ਮੁੱਕਦਾ। ਇੰਨੀ ਬਰਕਤ ਹੁੰਦੀ ਸੀ ਗੁਰੂ ਨਾਨਕ ਸਾਹਿਬ ਦੇ ਲੰਗਰ ਦੇ ਵਿੱਚ ਕਿ ਉਹਨੂੰ ਆਪਣਾ ਲੰਗਰ ਨਹੀਂ ਨਾ ਸਮਝਿਆ, ਉਹਨੂੰ ਸਮਝਿਆ ਗੁਰੂ ਦਾ ਹੈ। ਇਸ ਵਾਸਤੇ ਨਾਮ ਦੀ ਬਰਕਤ ਹੈ। ਲੰਗਰ ਚੱਲਿਆ ਗੁਰ ਸ਼ਬਦ, ਹਰ ਤੋਟ ਨਾ ਆਵੇ ਖਟੀਐ। ਜਿਨ੍ਹਾਂ ਨੇ ਗੁਰੂ ਸ਼ਬਦ ਦੀ ਕਮਾਈ ਕੀਤੀ, ਇਹ ਉਹਨਾਂ ਦੇ ਲੰਗਰ ਚੱਲਦੇ ਹਨ। ਆ ਬੜੇ ਬੜੇ ਸੇਠ ਬੈਠੇ ਆ, ਲੀਡਰ ਸ਼ੀਡਰ ਬੈਠੇ ਆ, ਕੋਈ ਇਹਨਾਂ ਦੇ ਥੋੜ੍ਹੀ ਲੰਗਰ ਚੱਲਦੇ ਆ। ਲੰਗਰ ਫਕੀਰਾਂ ਦੇ, ਸਾਧੂਆਂ ਦੇ ਚੱਲਦੇ ਆ,
ਜਿਹਨੇ ਨਾਮ ਬਾਣੀ ਦੀ ਕਮਾਈ ਕੀਤੀ ਹੈ। ਸ਼ਬਦ ਦਾ ਲੰਗਰ ਵੀ, ਅੰਨ ਦਾ ਲੰਗਰ ਵੀ ਚੱਲ ਰਿਹਾ ਹੈ। ਆ ਹੁਣ ਉੱਥੇ ਬੈਠੇ ਆ ਕਿਰਸਾਨ, ਉਹ ਇੰਨੀਆਂ ਸੰਗਤਾਂ, ਸਾਧੂ ਸੰਤ ਵੀ ਦੂਏ ਤੇ ਰਸਤਾਂ ਲਈ ਜਾਂਦੇ ਆ। ਉਹ ਉਹਨਾਂ ਲਈ ਤਾਂ ਬੈਠਿਆਂ ਲਈ ਹੈਗਾ ਹੀ ਆ। ਜਿਹੜੇ ਉੱਥੇ ਦੀ ਪਬਲਿਕ ਆ ਉਹ ਵੀ ਮੌਜਾਂ ਲੈਂਦੇ ਆ ਵੀ ਇਹੋ ਜਿਹਾ ਤਾਂ ਕਦੀ ਜਵਾਈਆਂ ਨੂੰ ਵੀ ਨਹੀਂ ਖਿਲਾਉਂਦੇ ਸੀ ਜਿਹੋ ਜਿਹਾ ਸਾਨੂੰ ਮਿਲ ਰਿਹਾ। ਇਹੋ ਜਿਹਾ ਮੋਰਚਾ ਤਾਂ ਰੋਜ਼ ਹੀ ਲੱਗਾ ਰਹੇ। ਆ ਤਾਂ ਮੌਜ ਬਣੀ ਹੋਈ ਹੈ। ਭਗਤ ਖਜ਼ਾਨਾ ਆਪੇ ਦੀਆ, ਉਹ ਆਪਣੇ ਭਗਤਾਂ ਨੂੰ ਕਿਰਪਾ ਕਰਕੇ ਇਹੋ ਜਿਹਾ ਖਜ਼ਾਨਾ ਆਪ ਹੀ ਬਖਸ਼ ਦਿੰਦਾ ਹੈ। ਕਾਲ ਕੰਟਕ ਮਾਰ ਸਮਾਣੇ ਰਾਮ, ਇਹ ਕਾਲ ਰੂਪੀ ਕੰਟਕ ਜਿਹੜਾ ਦੁਖਦਾਈ ਜਾਂ ਦੁੱਖ ਦੇਣ ਵਾਲੇ ਹੈ, ਉਹਨਾਂ ਨੂੰ ਆਪੇ ਉਹ ਖਤਮ ਕਰ ਦਿੰਦਾ। ਉਹ ਤਾਂ ਪਰਮੇਸ਼ਰ ਦੇ ਨਾਮ 'ਚ ਸਮਾਏ ਆ, ਲੱਗੇ ਹੋਏ ਲਿਵ ਜੋੜ ਕੇ। ਉਹਨਾਂ ਦੇ ਵਿਰੋਧੀ ਜਿਹੜੇ ਆ ਉਹਨਾਂ ਨੂੰ ਸੰਭਾਲਣ ਵਾਲਾ ਪਰਮੇਸ਼ਰ ਆਪੇ ਹੈ। ਤੇ ਹੁਣ ਉਹ ਜਿਹੜੇ ਉਹਨਾਂ ਨੂੰ ਛੱਡੇ ਹੋਏ ਆ, ਜਿਹੜੇ ਕਰਮਚਾਰੀ ਵਗੈਰਾ ਗੌਰਮੈਂਟ ਦੇ, ਹਾਂਜੀ, ਉਹ ਸਾਡੇ ਤਾਂ ਇਹ ਆ ਵੀ ਇਹਨਾਂ ਨੂੰ ਇੱਥੋਂ ਉਠਾ ਲਈਏ। ਉਹ ਕਹਿੰਦੇ ਬੈਠੇ ਰਹਿਣ, ਸਾਨੂੰ ਵੀ ਬਹੁਤ ਸੋਹਣਾ ਪ੍ਰਸ਼ਾਦ ਮਿਲ ਰਿਹਾ। ਹਾਂਜੀ, ਉਹ ਹੁਣ ਡੀਟੀ ਦਾ ਕਰੀ ਜਾਂਦੇ ਆ, ਮੁਲਾਜ਼ਮ ਆ ਸਰਕਾਰ ਦੇ, ਪਰ ਲੰਗਰ ਉੱਥੇ ਛਕਦੇ ਆ ਵੀ ਬਹੁਤ ਵਧੀਆ ਮਿਲ ਰਿਹਾ ਬਈ ਹੈਂ। ਅਤੇ ਹੌਲੇ ਦਾ ਪ੍ਰਸ਼ਾਦ ਵੀ ਮਿਲਦਾ। ਆਹ ਸੰਗਤਾਂ ਪਿੰਨੀਆਂ ਬਣਾ ਕੇ ਲਿਜਾਣ ਡਈਆਂ, ਬਲੈਤਾਂ 'ਚੋਂ ਬਦਾਮ ਬਦੂਮ ਭੇਜਣ ਡਏ ਆ, ਰਸਤਾਂ ਪਾਣੀ, ਅਤੇ ਸਾਰਾ ਹਿੰਦੁਸਤਾਨ ਹਿਲਾ ਕੇ ਰੱਖ ਦਿੱਤਾ। ਇਹ ਕਿਰਸਾਨਾਂ ਰੂਪੀ ਜਨਤਾ ਜਨਾਰਦਨ ਨੇ। ਇੰਨਾ ਦੁਨੀਆ ਨੂੰ ਪਤਾ ਲੱਗ ਗਿਆ ਕਿ ਕਿਰਸਾਨ ਦੀ ਯੂਨਿਟੀ ਵਿੱਚ ਕਿਤਨਾ ਵੱਡਾ ਬਲ ਹੈ, ਫਿਰ ਕਿੰਨਾ ਸ਼ਾਂਤੀਪੂਰਵਕ ਚੱਲ ਰਿਹਾ। ਸੋ ਇਸ ਵਾਸਤੇ ਸਾਰੇ ਸੰਸਾਰ ਦੇ ਵਿੱਚ ਹਿੱਲ ਗਏ, ਸਾਰੇ ਵਰਲਡ ਵਿੱਚ ਨਜ਼ਾਰੇ ਸ਼ੁਰੂ ਹੋ ਗਏ। ਕਮਾਲ ਦੀ ਗੱਲ ਹੈ, ਇਹੋ ਜਿਹਾ ਤਾਂ ਕਦੀ ਦ੍ਰਿਸ਼ ਦੇਖਣ ਨੂੰ ਮਿਲਿਆ ਹੀ ਨਹੀਂ। ਸੋ ਇਸ ਵਾਸਤੇ ਪਾਤਸ਼ਾਹ ਜੀ ਦੱਸਦੇ ਆ ਕਿ ਗੁਰਸਿੱਖਾਂ ਦੇ ਅੰਦਰ ਕੈਸੀ ਕੈਸੀ ਬਰਕਤ, ਕਿਤੇ ਵੀ ਚਲੇ ਜਾਣ ਉੱਥੇ ਦੇਗ ਤੇਗ ਜਗ ਮੈਂ ਦੋ ਚੱਲੈ, ਇਹ ਬਰਕਤ ਨਾਲ ਚੱਲਦੀ ਹੈ। ਭਗਤ ਖਜ਼ਾਨਾ ਆਪੇ ਦੀਆ, ਇਹ ਭਗਤਾਂ ਨੂੰ ਖਜ਼ਾਨਾ ਦਿੱਤਾ, ਕਿਉਂਕਿ ਮਹਾਰਾਜ ਨੇ ਸਿੱਕਾ ਸੰਮਤੀ ਬੰਦੇ ਬਹਾਦਰ ਨੇ ਚਲਾਇਆ ਨਾ ਕਿ ਦੇਗ ਤੇਗ ਫਤਿਹ। ਅੰਬੋਰ ਚ ਅੱਖਰ ਹੀ ਇਹ ਲਿਖ ਦਿੱਤੇ, ਨੁਸਰਤ ਵੇਦ ਰੰਗ ਯਾਫਤਜ਼ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਇ। ਦੇਗ ਦੀ ਤੇ ਤੇਗ ਦੀ ਫਤਿਹ ਹੈ। ਨੁਸਰਤ ਵੇਦ ਰੰਗ, ਬੇਬਿਨਾ ਦੇਰੀ, ਬੇਬਿਨਾ ਦਰੰਗ ਦੇਰੀ ਤੋਂ ਨੁਸਰਤ, ਉਹਦੀ ਜਿਹੜੀ ਕੁਮਕ ਸਹਾਇਤਾ ਜ਼ਾਫਤਜ਼ ਪ੍ਰਾਪਤ ਹੁੰਦੀ ਹੈ। ਕਿਹਦੀ ਕਿਰਪਾ ਨਾਲ? ਧੰਨ ਗੁਰੂ ਨਾਨਕ ਕਲਗੀਆਂ ਵਾਲੇ ਪਾਤਸ਼ਾਹ ਅਕਾਲ ਪੁਰਖ ਦੀ ਸਹਾਇਤਾ ਨਾਲ। ਆਹ ਮੋਹਰ ਦੇ ਅੱਖਰ ਆ। ਹੁਣ ਇਹਨਾਂ ਦੀਆਂ ਮੋਹਰਾਂ ਪੜ੍ਹ ਲਿਓ ਕੀ ਹੈ। ਖਾਲਸੇ ਦੀ ਮੋਹਰ ਦੇ ਲਓ ਕੀ ਹੈ। ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਦੇਗ ਤੇਗ ਫਤਿਹ, ਨੁਸਰਤ ਵੇਦ ਰੰਗ ਯਾਫਤਜ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਇ। ਇਹ ਤਾਂ ਬੰਦੇ ਬਹਾਦਰ ਨੇ ਸਿੱਕਾ ਚਲਾਇਆ। ਆ ਪਹਿਲਾਂ ਜਿੰਨੀਆਂ ਜ਼ਮੀਨਾਂ ਹੁੰਦੀਆਂ ਸੀ ਨਾ, ਇਹ ਸਭ ਰਜਵਾੜੇ ਲੋਕਾਂ ਕੋਲ ਸੀ। ਬਾਕੀ ਕਿਰਸਾਨ ਸਾਰੇ ਮਜਾਰੇ ਹੁੰਦੇ ਸੀ। ਇਹ ਬੰਦਾ ਬਹਾਦਰ ਦੀ ਕਿਰਪਾ ਹੈ। ਏਡਾ ਵੱਡਾ ਰੈਵੋਲੂਸ਼ਨ, ਏਡਾ ਵੱਡਾ ਇਨਕਲਾਬ ਲਿਆਂਦਾ ਕਿ ਮਿਹਨਤ ਇਹ ਕਰਦੇ ਆ ਤੇ ਮੌਜਾਂ ਗੁਰਸ਼ਰਲੇ ਇਹ ਉਡਾ ਰਹੇ। ਇਹ ਜਦੋਂ ਇਕੱਠੇ ਹੋ ਕੇ ਕਿਰਸਾਨ ਆਏ ਕਿ ਮਹਾਰਾਜ ਸਾਡੇ ਨਾਲ ਪੁਨਿਆ ਹੋ ਰਿਹਾ, ਕਹਿੰਦੇ ਇਹਨਾਂ ਦੇ 5-5 ਕੋਰੜੇ ਮਾਰੋ। ਕਹਿੰਦੇ ਮਹਾਰਾਜ ਤਾਂ ਫਰਿਆਦੀ ਹੋ ਕੇ ਆਏ ਸੀ। ਕਹਿੰਦੇ ਮੈਨੂੰ ਤੁਸੀਂ ਦੱਸੋ ਕਿ ਰਜਵਾੜੇ ਕਿੰਨੇ ਆ? ਕਿ ਇੰਨੇ। ਤੁਸੀਂ ਕਿੰਨੇ ਆ? ਕਿ ਸਾਡੀ ਤਾਂ ਬਹੁਤ ਗਿਣਤੀ। ਕਹਿੰਦੇ ਮੈਂ ਤੁਹਾਡੀ ਮੂਜੀਆਂ ਦੀ ਮਦਦ ਹੀ ਕੀ ਕਰਾਂ, 4 ਬੰਦੀ ਨਹੀਂ ਤੁਹਾਤੋਂ ਕਾਬੂ ਆਉਂਦੇ। ਕਹਿੰਦੇ ਮਹਾਰਾਜ ਹੁਕਮ। ਕਹਿੰਦੇ ਬਸ ਇਹ ਸਭ ਧਰਤੀ ਤੁਹਾਡੀ ਹੈ। ਇਹ ਲੋਕਤੰਤਰ ਕਰਕੇ ਗਿਆ ਬੰਦਾ ਸਿੰਘ ਬਹਾਦਰ, ਪਰ ਅਸੀਂ ਉਹਨੂੰ ਭੁਲਾ ਛੱਡਿਆ। ਹੁਣ ਸਾਡੀ ਬੁੱਧੀ ਤੋਂ ਪਰਦਾ ਚੁੱਕ ਹੋਇਆ ਤੇ ਹੁਣ ਸੰਸਾਰ ਦੇ ਉੱਤੇ ਉਹਦੀ ਚਰਚਾ ਹੋ ਰਹੀ ਹੈ। ਹੁਣ ਉਹ ਕਿਰਸਾਨ ਵੀ ਕਹਿੰਦੇ ਆ ਵੀ ਸਾਡਾ ਨੇਤਾ ਬੰਦਾ ਬਹਾਦਰ ਆ। ਕਈ ਦੇਖ ਲਓ ਦੋਹਾਂ ਸੂਬਿਆਂ ਦੇ ਆ, ਉਹ ਲੈਕਚਰ ਇਹ ਦੇ ਰਿਹਾ ਹਮਾਰਾ ਬੰਦਾ ਹਮਾਰਾ ਬੰਦਾ। ਉਹ ਵੀ ਇਹ ਗੱਲਾਂ ਕਰ ਰਹੇ ਟੈਲੀਵਿਜ਼ਨਾਂ 'ਤੇ।
ਅੱਜ ਚਰਚਾ ਸੰਸਾਰ ਦੇ ਉੱਤੇ ਹੋ ਰਹੀ, ਕਿਉਂਕਿ ਕਿਸੇ ਦੀ ਕੀਤੀ ਹੋਈ ਘਾਲ ਜਿਹੜੀ ਹੈ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ। ਇਸ ਵਾਸਤੇ ਕਿ ਸੰਮਤ ਸਿੱਕੇ ਚਲਾਏ ਮਹਾਰਾਜ ਦੇ ਨਾਮ, ਦੇਗ ਤੇਗ ਫਤਿਹ, ਦੇਗ ਦੀ ਤੇ ਤੇਗ ਦੀ ਫਤਿਹ, ਨੁਸਰਤ ਬੇਦਰੰਕ ਜ਼ਾਫਤਜ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਇ। ਤੇ ਫਿਰ ਇਹੋ ਜਿਹਾ ਰਾਜ ਹੋਵੇਗਾ ਤੇ ਧਰਮ ਚੱਲੇਗਾ ਕਿ ਨਹੀਂ ਚੱਲੇਗਾ। ਪਰ ਅੱਜ ਸੱਤਾ ਦੇ ਵਿੱਚ ਅੰਨੇ ਹੋਏ ਲੋਕ ਸਭ ਕੁਝ ਭੁਲਾਈ ਬੈਠੇ ਆ। ਸੱਤਾ ਇੱਕ ਐਸੀ ਚੀਜ਼ ਆ ਨਾ, ਕਿ ਦੀਦਾ ਨਹੀਂ ਨਾ, ਉਹ ਤਾਂ ਮੌਜਾਂ 'ਚ ਬੈਠੇ ਆ ਤੇ ਲੋਕਾਂ ਨੂੰ ਲੇਖ ਦੇ ਕੇ ਦੱਸ ਰਹੇ ਨੇ ਜੀ ਇਹ ਸੱਚ ਕੀ ਹੈ, ਝੂਠ ਕੀ ਹੈ। ਹੁਣ ਕਿੰਨਾ ਕੁ ਚਿਰ ਲੋਕਾਂ ਨੂੰ ਬੁੱਧੂ ਬਣਾਈ ਚਲੋਗੇ। ਹੁਣ ਬੁੱਧੂ ਬਣਨੇ ਲੱਗੇ, ਅਨਪੜ੍ਹ ਜਨਤਾ ਹੁੰਦੀ ਸੀ, ਜਿਹੋ ਜਿਹਾ ਢੋਲ ਪੁੱਟਣਾ ਹੋ ਜਾਂਦਾ ਸੀ। ਹੁਣ ਲੋਕ ਪੜ੍ਹ ਲੈ ਗਏ, ਨਵੇਂ ਬੱਚੇ ਜਿਹੜੇ ਆ। ਇਸ ਵਾਸਤੇ ਸਾਧ ਸੰਗਤ ਜੀ ਪਾਤਸ਼ਾਹ ਜੀ ਸਮਤ ਬਖਸ਼ਦੇ ਹਨ। ਕਾਲ ਕੰਟਕ ਮਾਰ ਸਮਾਣੇ ਰਾਮ। ਉਹ ਜਿਹੜਾ ਨਿਰੰਕਾਰ ਕਾਲ ਰੂਪੀ ਕੰਟਕ, ਜਿਹੜਾ ਕੰਡੇ ਦੀ ਨਹੀਂ ਚੁੱਭਣ ਵਾਲਾ ਦੁਸ਼ਮਣ ਐਸੇ ਜਿਹੜੇ ਉਹਨਾਂ ਨੂੰ ਖਤਮ ਕਰ ਦਿੰਦਾ, ਉਹ ਭਗਤ ਜਿਹੜੇ ਬੰਦਗੀ ਕਰਕੇ ਵਿੱਚ ਸਮਾਣੇ ਅਭੇਦ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ। ਕਾਲ ਕੰਟਕ ਮਾਰ ਸਮਾਣੇ ਹਾਂ, ਹਰ ਮਨ ਭਾਣੇ। ਉਹ ਹਰੀ ਦੇ ਮਨ ਨੂੰ ਭਾ ਜਾਂਦੇ ਹਨ। ਇਸ ਵਾਸਤੇ ਇਹ ਤੁਹਾਡੇ ਇਹ ਸਿੱਖਾਂ ਨੇ ਸਾਰਾ ਹਿੰਦੁਸਤਾਨ ਹੀ ਜਗਾ ਦਿੱਤਾ। ਉਹਨਾਂ ਨੂੰ ਤਾਂ ਕਹਿੰਦਾ ਐਵੇਂ ਪੰਜਾਬ ਵਾਲਿਆਂ ਦਾ ਕੰਮ ਆ, ਪਰ ਇਹਨਾਂ ਨੇ ਸਾਰੇ ਜਗਾਤਾ ਹਿੰਦੁਸਤਾਨ ਨੂੰ। ਉਹ ਔਖੇ ਤਾਂ ਇਹ ਹੀ ਆ, ਕਮਾਲ ਜਾਈ ਤਾਂ ਕਿਹਾ ਨਸ਼ਿਆਂ ਨੁਸ਼ਿਆਂ 'ਚ ਪੰਜਾਬੀ ਗਰਕ ਗੁਰਕ ਗਏ ਆ। ਆਹ ਤਾਂ ਕੰਮ ਨਵਾਂ ਹੀ ਹੋ ਗਿਆ, ਸਾਰਾ ਹੀ ਜਗਾਤਾ, ਹਿੰਦੁਸਤਾਨ ਹੀ ਜਗਾਤਾ, ਸਭ ਤੁਰ ਪਏ। ਇੰਨੇ ਦੁਨੀਆ ਬੱਸਾਂ ਭਰ ਭਰ। ਕੱਲ੍ਹ ਬੀਬੀਆਂ ਕਹਿਣ ਮਹਾਰਾਜ ਸਾਨੂੰ ਵੀ ਇਜਾਜ਼ਤ ਆ। ਮੈਂ ਕਿਹਾ ਹਾਲੇ ਤਾਂ ਸਿੰਘ ਹੀ ਬਹੁਤ ਆ, ਤੁਸੀਂ ਰੋਟੀਆਂ ਰਾਟੀਆਂ ਖਿਲਾਈ ਜਾਓ ਬਣਾ ਕੇ। ਸੋ ਇਸ ਵਾਸਤੇ ਸਾਰੇ ਜਾਗ ਪਏ, ਸਾਰੇ ਸੰਸਾਰ ਉੱਤੇ ਚਰਚਾ ਸ਼ੁਰੂ ਹੋ ਗਈ। ਕਮਾਲ ਦੀ ਗੱਲ ਹੈ, ਇਹੋ ਜਿਹਾ ਤਾਂ ਕਦੀ ਰੈਵੋਲੂਸ਼ਨ ਕੋਈ ਦੇਖਿਆ ਹੀ ਨਹੀਂ ਦੁਨੀਆ 'ਤੇ। ਕਮਾਲ ਹੋਈ ਹੈ। ਇਹ ਸਾਰੀ ਬਰਕਤ ਇਹ ਨਾਮ ਬਾਣੀ ਦੀ ਹੈ, ਗੁਰੂ ਕੇ ਲੰਗਰਾਂ ਦਾ, ਦੇਗ ਤੇਗ ਦਾ ਪ੍ਰਤਾਪ ਹੈ। ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ। ਅੱਗੇ ਕਈਆਂ ਨੂੰ ਆ ਮੈਡਲ ਮੋਡਲ ਜਿਹਾ ਮਿਲਦੇ ਸੀ ਨਾ, ਉਹ ਸਾਰੇ ਜਾ ਮੋੜੀ ਜਾਂਦੇ ਆ, ਮਹਾਰਾਜ ਸਾਂਭੋ ਸਾਨੂੰ ਇਹਨਾਂ ਦੀ ਲੋੜ, ਸਾਨੂੰ ਮੈਡਲ ਦੇ ਕੇ ਬੁੱਧੂ ਨਾ ਬਣਾਓ। ਉਹ ਸਾਰੇ ਜਾ ਮੋੜੀ ਜਾਂਦੇ, ਚੱਕੋ ਜੀ ਆਪਣੇ ਮੈਡਲ ਸ਼ੈਡਲ, ਸਾਨੂੰ ਇਹਨਾਂ ਦੀ ਲੋੜ ਹੀ ਨਹੀਂ ਹੈ। ਸਾਨੂੰ ਤਾਂ ਨਿਆਂ ਇਨਸਾਫ ਚਾਹੀਦਾ। ਸਭ ਇੱਧਰ ਤੁਰ ਪਏ। ਸੋ ਇਸ ਕਰਕੇ ਇਹ ਕਾਲ ਰੂਪੀ ਕੰਟਕ, ਇਹ ਦੁਸ਼ਮਣ ਰੂਪੀ ਕੰਟਕ, ਉਹ ਖਤਮ ਕਰਨ ਵਾਲੀ ਆਪੇ, ਕਿਉਂਕਿ ਰਿਆਇਆ ਪਰਜਾ ਤੂੰ ਦੀ ਆ ਨਾ, ਇਹਦਾ ਮਾਲਕ ਕੋਈ ਹੋ ਰਿਹਾ। ਪਰ ਜਦੋਂ ਸੱਤਾ ਮਿਲਦੀ ਉਹ ਕਹਿੰਦਾ ਮੈਂ ਮਾਲਕ ਹਾਂ। ਪਰ ਨਹੀਂ, ਇਹਦਾ ਜਿਹੜੇ ਅਸਲੀ ਮਾਲਕ ਆ ਜਾਂਦਾ ਨਾ, ਉਹ ਫਿਰ ਬੜਬੜੀਆਂ ਪਤਾਲ 'ਚ ਜਿਨ੍ਹਾਂ ਨੇ ਜੜ੍ਹਾਂ ਲੱਗੀਆਂ ਉਹਨਾਂ ਨੂੰ ਵੀ ਹਿਲਾ ਦਿੰਦਾ ਹੈ। ਹਰ ਮਨ ਭਾਣੇ। ਹਰੀ ਦੇ ਮਨ ਨੂੰ ਭਾ ਜਾਂਦਾ ਹੈ। ਨਾਮ ਨਿਧਾਨ ਸੱਚ ਪਾਇਆ। ਨਾਮ ਰੂਪੀ ਨਿਧਾਨ ਖਜ਼ਾਨਾ ਸੱਚਾ ਜਿਹੜਾ ਉਹਨਾਂ ਗੁਰਮੁਖਾਂ ਨੇ ਪਾ ਲਿਆ ਹੈ। ਸਦਾ ਅਖੁੱਟ ਕਦੇ ਨਾ ਨਿਖੁੱਟੈ। ਇਹ ਸਦਾ ਨਿਖੁੱਟਿਆ, ਇਹ ਤਾਂ ਮੁੱਕਦਾ ਹੀ ਨਹੀਂ। ਇਹਨਾਂ ਨੂੰ ਵਿਚਾਰਕ ਦਿਨ ਬੈਠਣਗੇ, ਆਪੇ ਭੁੱਖੇ ਮਰਦੇ ਦੌੜ ਜਾਣਗੇ। ਉੱਥੇ ਦਾ ਲੰਗਰ ਇੰਨੇ ਚੱਲਦੇ, ਕੋਈ ਹਿਸਾਬ ਕਿਤਾਬ ਹੀ ਨਹੀਂ। ਉਹ ਸਾਡੇ ਸੰਤ ਜੀ ਪਤਾ ਨਹੀਂ ਕਿੰਨੇ ਕੁਆਂਟਲ ਘਿਓ ਦੀਆਂ ਪਿੰਨੀਆਂ ਬਣਾ ਕੇ ਲੈ ਗਏ। ਕਹਿੰਦੇ ਖਾਲਸੋ ਤਗੜੇ ਹੋਵੋ, ਵੀ ਸਰੀਰਕ ਬਲ ਵੀ ਚਾਹੀਦਾ, ਨਾਲ ਭਜਨ ਭੁਜਨ ਵੀ ਕਰੀ ਜਾਇਓ। ਇਸ ਵਾਸਤੇ ਦੋਏ ਬਲ ਚਾਹੀਦੇ। ਦੇਖੋ ਇਸ ਤਰ੍ਹਾਂ ਦਾ ਸ਼ੌਕ ਕਮਾਲ ਦੀ ਗੱਲ ਹੈ। ਇਹ ਮਹਾਰਾਜ ਦੀ ਕੋਈ ਲੀਲਾ ਵਰਤ ਰਹੀ ਹੈ। ਸਦਾ ਅਖੁੱਟ ਕਦੇ ਨਾ ਨਿਖੁੱਟੈ। ਇਹ ਉਹਦਾ ਖਜ਼ਾਨਾ ਨਖੁੱਟ, ਅਖੁੱਟਿਆ, ਇਹ ਮੁੱਕਣ ਸੁੱਕਣ ਵਾਲਾ ਨਹੀਂ ਹੈ। ਹਰ ਦੀਆ ਸਹਿਜ ਸੁਭਾਇਆ। ਹਰੀ ਵਾਹਿਗੁਰੂ ਨੇ ਦਿੱਤਾ, ਇਹ ਸਹਿਜ ਸੁਭਾਵ ਕੇ ਗੁਰਸਿੱਖਾਂ ਨੂੰ ਪ੍ਰਾਪਤ ਹੋਇਆ। ਉਹ ਦਿੱਲੀ ਵਾਲੇ ਸੀ, ਉਹ ਕਹਿੰਦੇ ਸਾਡੇ ਤਾਂ ਮਹਿਮਾਨ ਆਏ ਹੋਏ ਆ, ਇਹ ਕਹਿੰਦੇ ਸਾਡੇ ਪ੍ਰਾਹੁਣੇ ਆਏ ਆ ਇਹ। ਆ ਦੇਖੋ ਕਮਾਲ ਦੀ ਗੱਲ ਹੈ, ਕਿਸ ਤਰ੍ਹਾਂ ਦੀ ਚਰਚਾ ਬਣ ਰਹੀ ਹੈ।
ਸਦਾ ਉਹ ਨਾਮ ਵਿੱਚ ਸਮਾਏ ਰੰਗ ਰਤੜੇ ਬਣ ਜਾਂਦੇ ਹਨ। ਹਰ ਜਨ ਉੱਚੇ ਸਦ ਹੀ ਉੱਚੇ। ਹਰੀ ਦੇ ਜਨ ਉੱਚੇ ਔਰ ਸਦਾ ਹੀ ਉੱਚੇ ਸੁੱਚੇ ਜੀਵਨ ਵਾਲੇ ਹਨ। ਗੁਰ ਕੈ ਸ਼ਬਦ ਸੁਹਾਇਆ। ਗੁਰੂ ਦੇ ਸ਼ਬਦ ਦੁਆਰਾ ਹੀ ਗੁਰਸਿੱਖ ਦਾ ਜੀਵਨ ਸੁਹਾਇਆ ਸੋਭਨੀਕ ਬਣਦਾ। ਇਸ ਵਾਸਤੇ ਸਦਾ ਸ਼ਬਦ ਦੀ ਕਮਾਈ ਕਰਨੀ ਚਾਹੀਦੀ ਹੈ। ਨਾਨਕ ਆਪੇ ਬਖਸ਼ ਮਿਲਾਏ। ਉਹ ਕਰਤਾ ਐਸਾ ਆਪੇ ਬਖਸ਼ਿਸ਼ਾਂ ਕਰਦਾ, ਆਪੇ ਹੀ ਆਪਣੀਆਂ ਬਖਸ਼ਾਂ ਦੇ ਕੇ ਗੁਰਸਿੱਖਾਂ ਨੂੰ ਆਪਣੇ ਨਾਲ ਮਿਲਾ ਲੈਂਦਾ, ਅਭੇਦ ਕਰ ਲੈਂਦਾ ਹੈ। ਜੁਗ ਜੁਗ ਸੋਭਾ ਪਾਇਆ। ਪੰਜ ਜੁਗਾਂ ਜੁਗਾਂ ਵਿੱਚ ਉਹਨਾਂ ਗੁਰਮੁਖਾਂ ਨੇ ਸੋਭਾ ਪਾਈ। ਅੱਜ ਭਾਈ ਮਨੀ ਸਿੰਘ ਚੇਤੇ ਨਹੀਂ ਕਰਦੇ, ਬਾਬਾ ਦੀਪ ਸਿੰਘ, ਅਟੱਲ ਸੋਭਾ ਉਹਨਾਂ ਗੁਰਸਿੱਖਾਂ ਨੂੰ ਖਾਲਸਿਆਂ ਨੂੰ ਮਾਰਨ ਬਖਸ਼ੀ ਹੈ। ਸਦਾ ਅਖੁੱਟ ਕਦੇ ਨਾ ਨਿਖੁੱਟੈ। ਹਰ ਦੀਆ ਸਹਿਜ ਸੁਭਾਇਆ। ਹਰ ਜਨ ਉੱਚੇ ਸਦ ਹੀ ਉੱਚੇ। ਗੁਰ ਕੈ ਸ਼ਬਦ ਸੁਹਾਇਆ। ਹਰੀ ਦੇ ਜਨ ਉੱਚੇ ਆ, ਸਦਾ ਹੀ ਉੱਚੇ ਹਨ। ਨਾਨਕ ਆਪੇ ਬਖਸ਼ ਮਿਲਾਏ। ਜੁਗ ਜੁਗ ਸੋਭਾ ਪਾਇਆ। ਉਹਨਾਂ ਗੁਰਮੁਖਾਂ ਨੇ ਜੁਗਾਂ ਜਗੰਤਰਾਂ ਤੱਕ ਸੋਭਾ ਪਾਈ। ਕਈਆਂ ਦੀ ਤਾਂ ਮਾਇਆ ਸਾਰੀਆਂ ਦੀ ਹੁੰਦੀ ਨਾ, ਮਾਇਆ ਦੀ ਸੋਭਾ ਚਾਰ ਦਿਹਾੜੇ ਤੇ ਜਾਂਦੇ ਬਿਲਮ ਨਾ ਹੋਈ, ਤੇ ਗੁਰਮੁਖਾਂ ਦੀ ਸੋਭਾ ਸਦਾ ਹੀ ਹੈ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਮਿਹਰ ਕਰਕੇ ਬਖਸ਼ਿਸ਼ ਕੀਤੀ ਹੈ। ਇਤਨੀਆਂ ਬੇਨਤੀਆਂ ਪਾਤਸ਼ਾਹ ਪ੍ਰਵਾਨ ਕਰਨ। ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਧੰਨਵਾਦ। ਔਰ ਗੁਰੂ ਮਹਾਰਾਜ ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।